ਤੁਸੀਂ ਕੀ ਸਮਝਦੇ ਹੋ ਕਿ ਕਰੋਨਾ ਦੀ ਤੀਸਰੀ ਲਹਿਰ ਆ ਗਈ ਹੈ, ਉਹ ਜ਼ਿਆਦਾ ਖਤਰਨਾਕ ਮੰਨੀ ਜਾ ਰਹੀ ਹੈ? ਕੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੋਣਾਂ ਜ਼ਰੂਰੀ ਹੈ? ਆਮ ਆਦਮੀ ਪਾਰਟੀ ਹਜੇ ਨਵੀਂ ਸ਼ਾਮਲ ਹੋਈ ਹੈ ਚੰਡੀਗੜ੍ਹ ਦੇ ਵਿੱਚ। ਉਹਨੇ ਤਾਂ ਇਹ ਐਲਾਨ ਕਰਤਾ ਕਿ ਜੇ ਹਾਲਾਤ ਇੱਦਾਂ ਹੀ ਰਹਿੰਦੇ ਆ, ਉਹ ਚੁਣਾਵਾਂ ਤੋਂ ਚੋਣ ਤੋਂ ਬਾਈਕਾਟ ਵੀ ਕਰ ਸਕਦੇ। ਅਸੀਂ ਚੁਣਾਵ ਲੜਨ ਦੀ ਪੂਰੇ ਤਰੀਕੇ ਨਾਲ ਤਿਆਰ ਹੈ। ਕੋਈ ਬਾਈਕਾਟ ਕਰਦਾ ਹੈ, ਕੋਈ ਨਹੀਂ ਕਰਦਾ, ਇਹ ਉਹਨਾਂ ਦਾ ਵਿਸ਼ਾ ਹੈ। ਤੁਸੀਂ ਇਹ ਮੰਨਦੇ ਹੋ ਜਿਹੜੇ ਖੇਤੀ ਕਾਨੂੰਨ ਬਣੇ ਜੇ ਉਹਨਾਂ 'ਚ ਕੋਈ ਸੋਧ ਹੋਣੀ ਚਾਹੀਦੀ ਹੈ? ਕਾਨੂੰਨ ਬਣਾਉਣਾ ਸਰਕਾਰ ਦਾ ਕੰਮ ਹੈ। ਜਦੋਂ ਇਹ ਕਾਨੂੰਨ ਲਾਗੂ ਹੋਣਗੇ, ਦੇਸ਼ ਦੀ ਸਰਕਾਰ, ਦੇਸ਼ ਦੇ ਕਾਨੂੰਨ ਲੋਕਾਂ ਦੇ ਭਲੇ ਲਈ, ਲੋਕਾਂ ਦੇ ਹਿੱਤ ਦੇ ਲਈ ਹੁੰਦੇ ਆ। ਸਰਕਾਰ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਤੁਸੀਂ ਆਓ, ਖੁੱਲ੍ਹੇ ਦਿਲ ਨਾਲ ਗੱਲਬਾਤ ਕਰੋ, ਅਸੀਂ ਤਿਆਰ ਹੈ। ਸਰਕਾਰ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਦੁਸ਼ਪਰਿਣਾਮ ਵੀ ਨਜ਼ਰ ਆਉਂਦੇ ਨੇ ਤੇ ਅਸੀਂ ਜਿਹੜਾ ਹੈ ਇਸ ਚੀਜ਼ਾਂ ਦੀ ਹਰ ਤਰੀਕੇ ਦੀ ਸੰਸ਼ੋਧਨ ਕਰਨ ਨੂੰ ਤਿਆਰ ਹੈ। ਲੇਕਿਨ ਅਸੀਂ ਇੱਕ ਜਿੱਦ ਫੜ ਲੈਣੀ ਕਿ ਅਸੀਂ ਕਾਨੂੰਨ ਰੱਦ ਕਰਾ ਕੇ ਹੀ ਦਮ ਲਵਾਂਗੇ। ਮੈਂ ਸਮਝਦਾ ਕਿ ਇਹ ਕਿਸੇ ਲੋਕਤਾਂਤਰਿਕ ਪ੍ਰਣਾਲੀ ਦੇ ਵਿੱਚ, ਕਿਸੇ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹ ਕੋਈ ਸਹੀ ਸੋਚ ਨਹੀਂ। ਤੁਸੀਂ ਮੇਰੇ ਕੋਲ ਭੇਜੋ ਉਹਨਾਂ ਨੂੰ, ਮੈਂ ਉਹਨਾਂ ਨੂੰ ਜਿਹੜੀ ਸਤਰ ਦੇ ਉੱਤੇ ਗੱਲਬਾਤ ਸਰਕਾਰ ਨੇ 3 ਮੈਂਬਰੀ ਕਮੇਟੀ ਬਣਾਈ ਹੋਈ ਸੀ, ਉਸ ਕਮੇਟੀ ਨਾਲ ਜਿੱਦਣ ਉਹ ਕਹਿਣਗੇ, ਉਹ ਕੱਲ੍ਹ ਚਾਹਣਗੇ ਤਾਂ ਮੈਂ ਕੱਲ੍ਹ ਹੀ ਉਹਨਾਂ ਨਾਲ ਮੀਟਿੰਗ ਫਿਕਸ ਕਰਵਾ ਦੇਣਾ। ਜੋ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਵਿੱਚ ਹੋਇਆ, ਅਸੀਂ ਸਾਰੇ, ਮੈਂ ਸਮਝਦਾ ਕਿ ਕੋਈ ਵੀ ਕਿਸਾਨ ਜਿਹੜਾ ਹੈ ਆਪਣੇ ਦੇਸ਼ ਦਾ ਅਪਮਾਨ ਨਹੀਂ ਕਰ ਸਕਦਾ। ਜਿਹੜਾ ਕਿਸਾਨ ਦੇਸ਼ ਨੂੰ ਅੰਨ ਦਿੰਦਾ ਹੈ, ਉਹ ਕਦੇ ਦੇਸ਼ ਦੇ ਮਾਨ ਸਨਮਾਨ ਦਾ ਖਿਲਵਾੜ ਨਹੀਂ ਕਰ ਸਕਦਾ। ਉਹ ਕੋਈ ਸ਼ਰਾਰਤੀ ਤੱਤਵ ਸੀ, ਅਸੀਂ ਸਾਰੇ ਜਾਣਦੇ ਹਾਂ ਕੌਣ ਸੀਗੇ। ਅੱਜ ਜਿਹੜੇ MSP ਦੀ ਜਿਹੜੀ ਗਰੰਟੀ ਮੰਗਦੇ ਪਏ ਨੇ ਵੀ ਰਿਟਨ ਦੇ ਵਿੱਚ MSP ਦੀ ਲਿਖਿਤ ਗਰੰਟੀ ਦੇਵੇ ਨਾ, ਉਹ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਜਦੋਂ ਦੀ MSP ਲਾਗੂ ਹੈ, ਕਦੇ ਲਿਖਤ ਦੇ ਵਿੱਚ ਉਹਦਾ ਪ੍ਰਾਵਧਾਨ ਨਹੀਂ ਹੋ ਸਕਦਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਚੁਣਾਵੀ ਸਾਲ ਹੈ। ਕਰੋਨਾ ਦੀ ਤੀਸਰੀ ਵੇਵ ਜ਼ਿਆਦਾ ਖਤਰਨਾਕ ਹੋਣ ਦੇ ਨੂੰ ਮੱਦੇਨਜ਼ਰ ਦੇਖਦੇ ਹੋਏ ਸਾਰੀਆਂ ਪਾਰਟੀਆਂ ਚੁਣਾਵੀ ਦੀ ਇਸ ਸਾਲ ਨੂੰ ਇਸ ਤਰੀਕੇ ਨਾਲ ਲੈ ਰਹੇ ਨੇ ਕਿ ਆਮ ਲੋਕਾਂ ਨੂੰ, ਚੰਡੀਗੜ੍ਹੀਆਂ ਨੂੰ ਇਲਾਜ ਦੇ ਪ੍ਰਤੀ ਸਾਵਧਾਨੀਆਂ ਦਿਖਾ ਕੇ, ਉਹਦੀ ਸੇਵਾ ਕਰਕੇ ਉਹਨਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਫਿਰ ਵੀ ਕਿਤੇ ਨਾ ਕਿਤੇ ਸਵਾਲ ਉੱਠ ਰਿਹਾ ਕਿ ਇਹ ਜਿਹੇ ਹਾਲਾਤ ਦੇ ਵਿੱਚ ਕੀ ਚੋਣਾਂ ਜ਼ਰੂਰੀ ਹੈ? ਇਹ ਜਿਹੇ ਸਵਾਲਾਂ ਨੂੰ ਲੈ ਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ਼੍ਰੀ ਅਰੁਣ ਸੂਦ ਜੀ ਸਾਡੇ ਨਾਲ ਨੇ, ਰੂਲਿੰਗ ਪਾਰਟੀ ਦੇ ਮੌਜੂਦਾ ਪ੍ਰਧਾਨ ਨੇ, ਮੌਜੂਦਾ ਕੌਂਸਲਰ ਵੀ ਨੇ ਤੇ ਇੱਕ ਵਾਰੀ ਮੇਅਰ ਵੀ ਰਹਿ ਚੁੱਕੇ ਨੇ, ਤੇ ਉਹਨਾਂ ਤੋਂ ਜਾਣਦੇ ਹਾਂ ਕਿ ਚੁਣਾਵੀ ਸਾਲ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਤੇ ਮੱਦੇਨਜ਼ਰ ਕਰੋਨਾ। ਅਰੁਣ ਸੂਦ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਤੁਸੀਂ ਕੀ ਸਮਝਦੇ ਹੋ ਕਿ ਕਰੋਨਾ ਦੀ ਤੀਸਰੀ ਲਹਿਰ ਆ ਗਈ ਹੈ, ਉਹ ਜ਼ਿਆਦਾ ਖਤਰਨਾਕ ਮੰਨੀ ਜਾ ਰਹੀ ਹੈ? ਕੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੋਣਾਂ ਜ਼ਰੂਰੀ ਹੈ? ਐਸਾ ਜੀ ਕਿ ਚੋਣਾਂ ਹਾਲਤ ਕੀ ਨੇ, ਉਹਨਾਂ ਦੇ ਵਿੱਚ ਚੋਣ ਹੋਣੇ ਚਾਹੀਦੇ ਆ, ਨਹੀਂ ਚਾਹੀਦੇ, ਪ੍ਰਸ਼ਾਸਨਿਕ ਫੈਸਲਾ। ਜਿਹੜਾ DC ਸਾਡੇ ਇਸ ਸਾਰੀ ਚੀਜ਼ਾਂ ਨੂੰ ਦੇਖਦੇ ਨੇ, ਇਹ ਡਿਪਟੀ ਕਮਿਸ਼ਨਰ ਦਾ ਨਿਰਣਾ ਹੈ। ਵੈਸੇ ਤਾਂ 5 ਸਾਲ ਬਾਅਦ ਜਿਹੜਾ 31 ਦਸੰਬਰ ਨੂੰ ਇਸ ਮੌਜੂਦਾ ਕਾਰਪੋਰੇਸ਼ਨ ਦਾ ਕਾਰਜਕਾਲ ਖਤਮ ਹੋ ਜਾਏਗਾ। ਉਸ ਤੋਂ ਬਾਅਦ 31 ਦਸੰਬਰ ਤੋਂ ਪਹਿਲਾਂ ਜਿਹੜਾ ਹੈ ਨਵੀਂ ਅਸੈਂਬਲੀ ਚੁਣੇ ਜਾਣਾ, ਇਹ ਐਕਟ ਦੇ ਵਿੱਚ ਪ੍ਰਾਵਧਾਨ ਹੈ। ਲੇਕਿਨ ਜੇ ਹਾਲਤ ਕੋਈ ਇਸ ਤਰੀਕੇ ਦੇ ਹੁੰਦੇ ਨੇ ਤੇ ਉਸ ਦੇ ਵਕਤ ਕੀ ਫੈਸਲਾ ਲਿੱਤਾ ਜਾਵੇ, ਕਿਉਂਕਿ ਕਾਰਪੋਰੇਸ਼ਨ ਦੇ ਹਾਊਸ ਨੂੰ ਐਕਸਟੈਂਡ ਕਰਨ ਦੀ ਪ੍ਰੋਵੀਜ਼ਨ ਕਿਸੇ ਵੀ ਤਰੀਕੇ ਦੀ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ। ਹਾਂ, ਕੁਛ ਦੇਰ ਦੇ ਲਈ ਚੋਣਾਂ ਨੂੰ ਲਟਕਾ ਕੇ ਉਸ ਦੇ ਲਈ ਕੀ ਵਿਵਸਥਾ ਹੋ ਸਕਦੀ ਹੈ, ਇਹ ਸਭ ਚੀਜ਼ਾਂ ਨੇ ਜਿਹੜੀਆਂ ਨੇ ਇਹ ਪ੍ਰਸ਼ਾਸਨ ਦੇ ਅੰਦਰ ਨਾ, ਪ੍ਰਸ਼ਾਸਨ ਨੂੰ ਬਾਹਰ ਹੈ। ਭਾਰਤੀ ਜਨਤਾ ਪਾਰਟੀ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ, ਇੱਕ ਜ਼ਿੰਮੇਵਾਰੀ ਪਾਰਟੀ ਹੋਣ ਦੇ ਨਾਤੇ ਅਸੀਂ ਚੁਣਾਵ ਦੇ ਲਈ ਤਿਆਰ ਹੈ, ਸਾਡੀ ਪੂਰੀ ਤਿਆਰੀ ਹੈ। ਔਰ ਲੇਕਿਨ ਜਿਸ ਤਰੀਕੇ ਦੇ ਵੀ ਹਾਲਤ ਬਣਦੇ ਨੇ, ਜੋ ਸਰਕਾਰ ਦਾ ਫੈਸਲਾ ਹੁੰਦਾ ਹੈ, ਜਿਸ ਤਰੀਕੇ ਦੇ ਵੀ ਚੋਣ ਹੁੰਦੇ ਨੇ, ਮੰਨ ਲਓ ਚੋਣ ਪ੍ਰਚਾਰ 'ਤੇ ਰੋਕ ਵੀ ਲੱਗਦੀ ਹੈ, ਕੋਈ ਵਰਚੁਅਲ ਮਾਧਿਅਮ ਨਾਲ ਹੁੰਦਾ, ਜੋ ਵੀ ਸਰਕਾਰ ਨਿਰਣੇ ਲੈਂਦੀ ਹੈ, ਅਸੀਂ ਹਰ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਉਸ ਜਿਹੜਾ ਫੈਸਲਾ ਹੈ ਉਸ ਨੂੰ ਮੰਨਾਂਗੇ।
ਨਹੀਂ, ਤੁਸੀਂ ਤਾਂ ਮੰਨਦੇ ਹੋ ਕਿ ਪ੍ਰਸ਼ਾਸਨ ਦੇ ਫੈਸਲੇ ਦੇ ਹਿਸਾਬ ਨਾਲ ਤੁਸੀਂ ਚੱਲੋਗੇ, ਪਰ ਇੱਕ ਲੋਕ ਪ੍ਰਤੀਨਿਧ ਹੋ, ਤੁਸੀਂ ਲੋਕਾਂ ਨੂੰ ਪ੍ਰਤੀਨਿਧ ਨੁਮਾਇੰਦੇ ਹੋ, ਤੁਸੀਂ ਵੀ ਕਾਬਲੀ ਰਹਿ ਸਕਦੇ ਹੋ ਕਿ ਇਸ ਟਾਈਮ ਹਾਲਾਤ ਕੈਸੇ ਨੇ। ਜੇ ਜ਼ਿਆਦਾ ਇਕੱਠ ਹੁੰਦਾ, ਚੁਣਾਵੀ ਸਿਸਟਮ ਹੁੰਦਾ ਹੈ, ਇਕੱਠ ਹੋਣਗੇ, ਸਭਾਵਾਂ ਹੋਣਗੀਆਂ, ਇਹ ਹਾਲਾਤ ਦੇ ਵਿੱਚ ਕੋਈ ਲੋਕਾਂ ਦੀ ਸਿਹਤ ਲਈ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਹਜੇ ਨਵੀਂ ਸ਼ਾਮਲ ਹੋਈ ਹੈ ਚੰਡੀਗੜ੍ਹ ਦੇ ਵਿੱਚ, ਉਹਨੇ ਤਾਂ ਇਹ ਐਲਾਨ ਕਰਤਾ ਕਿ ਜੇ ਹਾਲਾਤ ਇੱਦਾਂ ਹੀ ਰਹਿੰਦੇ ਆ, ਉਹ ਚੁਣਾਵਾਂ ਤੋਂ ਚੋਣ ਤੋਂ ਬਾਈਕਾਟ ਵੀ ਕਰ ਸਕਦੇ ਆ। ਇਹ ਆਮ ਆਦਮੀ ਪਾਰਟੀ ਦਾ ਤੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ, ਕਿਉਂਕਿ ਉਹ ਹਲੇ ਤੱਕ ਉਹਨਾਂ ਨੇ ਇੱਕ ਲੋਕ ਸਭਾ ਦਾ ਚੁਣਾਵ ਪਿਛਲੀ ਵਾਰ ਲੜਿਆ ਸੀ, ਦੂਸਰੀ ਵਾਰੀ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਉਹ ਲੜਨਾ ਚਾਹੁੰਦੇ, ਨਹੀਂ ਲੜਨਾ ਚਾਹੁੰਦੇ, ਉਹਨਾਂ ਦੇ ਕੁਝ ਵੀ ਕਾਰਨ ਹੋ ਸਕਦੇ ਆ। ਲੇਕਿਨ ਮੇਰਾ ਸਿਰਫ ਇੰਨਾ ਕਹਿਣਾ ਹੈ ਕਿ ਕਿਸੇ ਦੇ ਬਾਈਕਾਟ ਕਰਨ ਦੇ ਨਾਲ ਕਿਆ ਕਰੋਨਾ ਜਿਹੜਾ ਹੈ ਉਹ ਰੁਕਣ ਵਾਲਾ ਹੈ ਜਾਂ ਚੁਣਾਵ ਜਿਹੜਾ ਹੈ ਉਹ ਰੁਕਣ ਵਾਲਾ ਹੈ। ਮੇਰਾ ਸਿਰਫ ਇੰਨਾ ਕਹਿਣਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਉਸ ਵਕਤ ਦੀਆਂ ਪਰਿਸਥਿਤੀਆਂ ਨੂੰ ਦੇਖ ਕੇ ਚੁਣਾਵ ਦੇ ਵਿੱਚ ਪ੍ਰਚਾਰ ਅਲਾਉਡ ਹੈ ਨਹੀਂ ਹੈ, ਚੁਣਾਵ ਨੂੰ ਕਿਆ ਅਸੀਂ ਚੁਣਾਵ ਨਾ ਕਰਵਾ ਕੇ ਕਿਆ ਉਹਦੀ ਅਲਟਰਨੇਟਿਵ ਵਿਵਸਥਾ ਹੈ, ਕਿਆ ਕਾਨੂੰਨ ਇਸ ਚੀਜ਼ ਦਾ ਜਿਹੜੀ ਹੈ ਪਰਮਿਸ਼ਨ ਦਿੰਦਾ ਹੈ। ਇਸ ਚੀਜ਼ ਨੂੰ ਇਹ ਸਾਰੇ ਕਾਨੂੰਨੀ ਪੱਖ ਨੂੰ ਦੇਖ ਲੈਣ ਔਰ ਉਸ ਤੋਂ ਬਾਅਦ ਉਹ ਜਿਸ ਤਰ੍ਹਾਂ ਦਾ ਵੀ ਮੈਂ ਕਿਹਾ ਨਿਰਣੇ ਲੈਣਗੇ। ਜਿਵੇਂ ਲੱਗਦਾ ਹੈ ਕਿ ਚੁਣਾਵ ਪ੍ਰਚਾਰ ਦੇ ਲਈ ਪਾਰਟੀਆਂ ਜਿਹੜੀਆਂ ਹੈ ਉਹ ਵਰਚੁਅਲ ਮਾਧਿਅਮ ਨਾਲ ਚੁਣਾਵ ਪ੍ਰਚਾਰ ਕਰਨਗੀਆਂ, ਉਹ ਕੋਈ ਰੈਲੀ, ਜਨ ਸਭਾ, ਨੁੱਕੜ ਸਭਾ ਨਹੀਂ ਕਰਨਗੀਆਂ। ਹਾਲਾਤ ਦੇ ਮੁਤਾਬਿਕ ਅਸੀਂ ਜੋ ਵੀ ਬੰਗਾਲ ਦੇ ਚੁਣਾਵ ਵਿੱਚ ਵੀ 7ਵੇਂ 8ਵੇਂ ਫੇਜ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਾਰੀਆਂ ਰੈਲੀਆਂ ਨੂੰ ਰੱਦ ਕਰ ਦਿੱਤਾ। ਹਰ ਤਰੀਕੇ ਦਾ ਜਿਹੜਾ ਹੈ ਡਾਇਰੈਕਟ ਟੂ ਡਾਇਰੈਕਟ ਕੰਟੈਕਟ ਜਿਹੜਾ ਸੀ ਉਸ ਨੂੰ ਅਵੋਇਡ ਕੀਤਾ ਗਿਆ। ਅੱਜ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ, ਲੋਕਾਂ ਦੀ ਸੁਰੱਖਿਆ ਦੇ ਹਿਸਾਬ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੇ ਪ੍ਰੋਟੋਕੋਲ ਨੂੰ ਫੋਲੋ ਕਰਨ ਲਈ ਜੋ ਪ੍ਰਸ਼ਾਸਨ ਨਿਰਣੇ ਲੈਂਦਾ ਅਸੀਂ ਉਹ ਮੰਨਾਂਗੇ, ਲੇਕਿਨ ਅਸੀਂ ਚੁਣਾਵ ਤੋਂ ਭੱਜਾਂਗੇ ਨਹੀਂ। ਅਸੀਂ ਚੁਣਾਵ ਲੜਨ ਦੀ ਪੂਰੇ ਤਰੀਕੇ ਨਾਲ ਤਿਆਰ ਹੈ। ਕੋਈ ਬਾਈਕਾਟ ਕਰਦਾ ਹੈ, ਕੋਈ ਨਹੀਂ ਕਰਦਾ, ਇਹ ਉਹਨਾਂ ਦਾ ਵਿਸ਼ਾ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਇੱਕ ਡੈਮੋਕ੍ਰੇਸੀ ਦੇ ਵਿੱਚ ਚੁਣਾਵ ਵੀ ਜ਼ਰੂਰੀ ਨੇ, ਲੇਕਿਨ ਉਹ ਚੁਣਾਵ ਦੇ ਉੱਤੇ ਅਸੀਂ ਉਸ ਤਰੀਕੇ ਨੂੰ ਚੁਣਾਵ ਨੂੰ ਰੈਗੂਲੇਟ ਕਰ ਸਕਦੇ ਹਾਂ ਕਿ ਜਿਸ ਦੇ ਨਾਲ ਜਿਹੜੀ ਸੰਭਾਵਨਾ ਹੈ ਕਿ ਜੇ ਹਾਲਤ ਜ਼ਿਆਦਾ ਵਿਗੜੇ ਹੋਏ, ਪਰਮਾਤਮਾ ਕਰੇ ਉਸ ਵਕਤ ਤੱਕ ਸਾਰੇ ਹਾਲਤ ਸੁਧਰ ਜਾਣ, ਲੇਕਿਨ ਜੇ ਮੰਨ ਲਓ ਫਿਰ ਵੀ ਕੋਈ ਕਿਸੇ ਤਰੀਕੇ ਦੇ ਗੰਭੀਰ ਹਾਲਾਤ ਨੇ ਤਾਂ ਉਸ ਦੇ ਹਿਸਾਬ ਨਾਲ ਪ੍ਰਸ਼ਾਸਨ ਨਿਰਣੇ ਲਵੇ, ਅਸੀਂ ਉਹਦਾ ਸਨਮਾਨ ਕਰਾਂਗੇ। ਤੁਸੀਂ ਜਾਨੀ ਪ੍ਰਸ਼ਾਸਨ ਦੇ ਫੈਸਲੇ ਦੇ ਨਾਲ ਚੱਲੋਗੇ। ਵੈਸੇ ਤੁਸੀਂ ਚੋਣਾਂ ਲਈ ਬਿਲਕੁਲ ਤਿਆਰ ਹੋ? ਬਿਲਕੁਲ ਜੀ। ਨਹੀਂ, ਵੈਸੇ ਇਹ ਹੁਣ ਜਿਹੜੇ 3 ਖੇਤੀ ਕਾਨੂੰਨਾਂ ਦੇ ਵਿਰੋਧ ਕਰਕੇ ਪੂਰੇ ਦੇਸ਼ ਕੀ ਪੂਰੇ ਵਿਸ਼ੇ ਦੇ ਵਿੱਚ ਮੰਨਿਆ ਜਾ ਰਿਹਾ ਕਿ ਕਿਤੇ ਹਰ ਹਿੱਸੇ ਦੇ ਵਿੱਚ, ਹਰ ਵਰਗ ਦੇ ਵਿੱਚ, ਹਰ ਫਿਰਕੇ ਦੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਦਾ ਵਿਰੋਧ ਹੈ। ਉਸ ਦੇ ਮੱਦੇਨਜ਼ਰ ਤੁਸੀਂ ਕਿਵੇਂ ਸਮਝਦੇ ਹੋ ਕਿ ਤੁਸੀਂ ਕਿਸ ਏਜੰਡੇ ਨਾਲ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਉਤਰੋਗੇ ਜੇ ਚੋਣਾਂ ਹੁੰਦੀਆਂ ਤਾਂ? ਐਸਾ ਜੀ ਕਿ ਇਹ ਸ਼ਾਇਦ ਕੁਝ ਲੋਕਾਂ ਦੀ ਇੱਕ ਆਪਣੀ ਸੋਚ ਹੈ, ਇੱਕ ਕੁਝ ਰੈਸਟ੍ਰਿਕਟਡ ਕੁਝ ਏਰੀਏ ਨੂੰ ਛੱਡ ਦਈਏ। ਤੁਸੀਂ ਪੰਜਾਬ ਦੇ ਵਿੱਚ ਜਿਵੇਂ ਚੁਣਾਵਾਂ ਦੇ ਜੋ ਰਿਜ਼ਲਟ ਆਏ ਉਸ ਦੇ ਵੀ ਕਈ ਕਾਰਨ ਨੇ। ਭਾਰਤੀ ਜਨਤਾ ਪਾਰਟੀ ਨੂੰ ਨਾ ਚੁਣਾਵ ਪ੍ਰਚਾਰ ਕਰਨ ਦਿੱਤਾ ਗਿਆ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨਾਲ, ਕਾਰਜਕਰਤਾਵਾਂ ਨਾਲ ਕੁੱਟਮਾਰ ਹੋਈ, ਸਾਡੇ ਦਫ਼ਤਰ ਸਾੜੇ ਗਏ, ਸਾਡੇ ਨਾਲ ਜਾਤੀਆਂ ਹੋਈਆਂ, ਸਾਨੂੰ ਸਾਡਾ ਜਿਹੜਾ ਲੋਕਤੰਤਰਿਕ ਹੱਕ ਹੈ ਉਹਦੇ ਤੋਂ ਵਾਂਝਾ ਰੱਖਿਆ ਗਿਆ। ਲੇਕਿਨ ਅੱਜ ਦੇਸ਼ ਭਰ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਨੇਤਾ, ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੋਪੂਲੈਰਿਟੀ ਹੋਰ ਵਧੀ ਹੈ। ਅੱਜ ਤੁਸੀਂ ਪਿਛਲੇ ਚੁਣਾਵ ਹੀ ਲੈ ਲਓ ਤਾਂ ਵੈਸਟ ਬੰਗਾਲ ਦੇ ਵਿੱਚ ਅਸੀਂ 3 ਸੀਟਾਂ ਤੋਂ 77 ਸੀਟਾਂ 'ਤੇ ਪਹੁੰਚੇ ਹਾਂ। ਪੌਂਡੇਚੇਰੀ ਦੇ ਵਿੱਚ ਅਸੀਂ ਅਲਾਇੰਸ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ। ਅਸਮ ਦੇ ਵਿੱਚ ਪਿਛਲੀ ਵਾਰ ਨਾ ਵੱਡੇ ਬਹੁਮਤ ਦੇ ਨਾਲ ਅਸੀਂ ਆਪਣੀ ਸਰਕਾਰ ਬਣਾਈ ਹੈ। ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਸਮਰਥਨ ਹੈ ਉਹ ਵਧਿਆ ਹੈ। ਇਹ ਪਿਛਲੇ ਚੋਣ ਨਤੀਜੇ ਹੈ। ਹੋਰ ਵੀ ਜਿੱਥੇ ਵੀ ਇਲੈਕਸ਼ਨ ਹੋਏ ਨੇ, ਭਾਰਤੀ ਜਨਤਾ ਪਾਰਟੀ ਨੂੰ ਉਪ ਚੁਣਾਵਾਂ ਦੇ ਵਿੱਚ ਵੀ ਬਹੁਤ ਭਾਰੀ ਜਨ ਸਮਰਥਨ ਮਿਲਿਆ। ਔਰ ਜਿਸ ਤਰੀਕੇ ਨਾਲ ਸਾਰੀ ਜਿਹੜੀ ਇਹ ਕੋਵਿਡ ਮਹਾਮਾਰੀ ਦੇ ਦੌਰਾਨ ਜਿਸ ਤਰੀਕੇ ਦਾ ਪ੍ਰਬੰਧਨ ਦੇਸ਼ ਦੀ ਕੇਂਦਰ ਸਰਕਾਰ ਨੇ ਔਰ ਭਾਰਤੀ ਜਨਤਾ ਪਾਰਟੀ ਸ਼ਾਸਿਤ ਰਾਜਾਂ ਸਰਕਾਰਾਂ ਨੇ ਕੀਤਾ, ਉਸ ਦੀ ਪੂਰੇ ਦੇਸ਼ ਭਰ ਦੇ ਲੋਕਾਂ ਨੇ ਸ਼ਲਾਘਾ ਕੀਤੀ ਹੈ। ਔਰ ਮੈਂ ਸਮਝਦਾ ਕਿ ਅਸੀਂ ਜਿਸ ਪ੍ਰਕਾਰ ਨਾਲ ਇਸ ਤੋਂ ਇਲਾਵਾ ਵੀ ਸੇਵਾਈ ਸੰਗਠਨ ਦੇ ਤਹਿਤ ਲੋਕਾਂ ਦੀ ਸੇਵਾ ਕਰ ਰਹੇ ਹਾਂ। ਪਿਛਲੀ ਲਹਿਰ ਦੇ ਵਿੱਚ ਵੀ ਲਗਭਗ 2.5 ਕਰੋੜ ਰੁਪਏ ਦੇ ਨਾਲ ਅਸੀਂ ਚੰਡੀਗੜ੍ਹ ਦੇ ਲੋਕਾਂ ਦੀ ਰਾਹਤ ਕੀਤੀ। ਹਰ ਤਰੀਕੇ ਦੇ ਜਿੱਥੇ ਵੀ ਲੋਕਾਂ ਦੀ ਜ਼ਰੂਰਤ ਸੀਗੀ, ਚਾਹੇ ਉਹ ਮਾਸਕ ਸੀ, ਸੈਨੀਟਾਈਜ਼ਰ ਸੀ, ਖੂਨਦਾਨ ਸੀ, ਭੋਜਨ ਦੀ ਵਿਵਸਥਾ ਸੀ, ਸੁੱਕੇ ਰਾਸ਼ਨ ਦੀ ਵਿਵਸਥਾ ਸੀ, ਹਰ ਤਰੀਕੇ ਦੀ ਵਿਵਸਥਾ ਕੀਤੀ। ਅੱਜ ਵੀ ਅਸੀਂ
24/7 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਅੱਜ 16 ਤਰੀਕੇ ਦੇ ਨਾਲ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਕਿਚਨ ਚਲਾ ਕੇ ਰਾਸ਼ਨ, ਜਿਹੜੇ ਕੋਵਿਡ ਪਰਿਵਾਰ ਨੇ, ਜਿਹੜੇ ਕੋਵਿਡ ਅਫੈਕਟਡ ਪਰਿਵਾਰ ਨੇ, ਉਹਨਾਂ ਦੇ ਘਰਾਂ ਦੇ ਘਰ ਰਾਸ਼ਨ ਪਹੁੰਚਾ ਰਹੇ ਹਾਂ। ਅਸੀਂ ਲੋਕਾਂ ਨੂੰ ਸੈਨੀਟਾਈਜ਼ਰ, ਮਾਸਕ, ਆਕਸੀਮੀਟਰ, ਆਕਸੀਜਨ ਸਿਲੰਡਰ, ਆਕਸੀਜਨ ਕਨਸੈਂਟਰੇਟਰ, ਇਹ ਸਭ ਪ੍ਰੋਵਾਈਡ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਲੋਕਾਂ ਦੀ ਇਮਿਊਨਿਟੀ ਬੂਸਟਿੰਗ ਦੇ ਲਈ, ਕਾੜੇ ਦੇ ਲਈ ਅਸੀਂ ਜਿਹੜਾ ਹੈ ਗਲੋਏ, ਅਸ਼ਵਗੰਧਾ, ਬਸੋਤਾ, ਇਹੋ ਜਿਹੀਆਂ ਜੜੀ ਬੂਟੀਆਂ ਲੋਕਾਂ ਦੇ ਘਰਾਂ ਦੇ ਘਰ ਦੇ ਕੇ ਆ ਰਹੇ ਹਾਂ। ਲੋਕਾਂ ਨੂੰ ਅਸੀਂ ਸਰਕਾਰੀ ਜਿਹੜੀ ਦਵਾਈਆਂ ਦੀ ਕਿੱਟ ਹੈ ਉਹ ਜਿੱਥੇ ਜਿੱਥੇ ਵੀ ਲੋੜ ਹੈ ਉਪਲਬਧ ਕਰਵਾ ਰਹੇ ਹਾਂ। ਵੈਕਸੀਨੇਸ਼ਨ ਦੇ ਲਈ ਅਸੀਂ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਾਂ। ਅੱਜ ਅਸੀਂ ਜਿਸ ਜਗ੍ਹਾ 'ਤੇ ਬੈਠੇ ਹਾਂ, ਇਸ ਜਗ੍ਹਾ ਦੇ ਉੱਤੇ ਅਸੀਂ 37 ਔਰ 38 ਦੇ ਵਿੱਚ ਇੱਕ ਕੋਵਿਡ ਸੈਂਟਰ ਔਰ ਇੱਕ ਨੋਨ ਕੋਵਿਡ ਸੈਂਟਰ ਵੀ ਪਲਾਨ ਕਰ ਰਹੇ ਹਾਂ। ਜਿਸ ਤਰੀਕੇ ਦੀ ਵੀ ਜਿਹੜੀ ਸਹਾਇਤਾ ਹੈ ਲੋਕਾਂ ਦੀ, ਔਰ ਬਹੁਤ ਸਾਰੇ ਲੋਕਾਂ ਦੇ ਲਗਾਤਾਰ ਫੋਨ ਆ ਰਹੇ। ਚੰਡੀਗੜ੍ਹ 'ਚ ਨਹੀਂ, ਪੂਰੇ ਦੇਸ਼ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਮੁਸੀਬਤ ਦੀ ਘੜੀ 'ਚ ਜਿਹੜੀ ਹੈ ਲੋਕਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀ ਹੈ ਲੋਕਾਂ ਦੀ ਸਹਾਇਤਾ ਲਈ। ਇਹ ਲੋਕ ਜਾਣਦੇ ਨੇ। ਅੱਜ ਵੀ ਮੈਨੂੰ ਇੱਕ CRPF ਦੇ ਜਵਾਨ ਮਿਲੇ ਸੀਗੇ, ਕਮਾਂਡੈਂਟ, ਉਹ ਸਾਡੇ ਆਫਿਸ ਆਏ ਸੀ, ਸਾਡੇ ਆਲ ਇੰਡੀਆ ਵਾਈਸ ਪ੍ਰੈਜ਼ੀਡੈਂਟ ਸੁਦਾਨ ਜੀ ਦੀ ਜੈਟ ਸਿਕਿਉਰਿਟੀ ਦੀ ਸਮੀਖਿਆ ਕਰਨ। ਉਹਨਾਂ ਨੇ ਮੈਨੂੰ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਕਿ ਦੇਸ਼ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਕਰੋਨਾ ਦੇ ਉਸ ਕਾਲ ਦੇ ਵਿੱਚ, ਜਦੋਂ ਕੋਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਡਰਦੇ ਨੇ, ਲੋਕਾਂ ਦੀ ਸੇਵਾ ਦੇ ਲਈ ਸਾਡੇ ਕਾਰਜਕਰਤਾ ਹਰ ਦਰਵਾਜ਼ੇ 'ਤੇ ਜਾ ਰਹੇ ਨੇ। ਚਲੋ, ਇਹ ਤਾਂ ਕਰੋਨਾ ਦੇ ਮੱਦੇਨਜ਼ਰ ਸੇਵਾ ਹੋ ਗਈ। ਉਹ ਸੱਤਾਧਾਰੀ ਪਾਰਟੀ ਕੋਲੇ ਸਾਧਨ ਵੀ ਹੁੰਦੇ ਨੇ ਤੇ ਉਹਦੇ ਅੰਦਰ ਉਹ ਦਿਲ 'ਚੋਂ ਜਜ਼ਬਾ ਵੀ ਹੁੰਦਾ ਵੀ ਕਰੀਏ। ਗੱਲ ਇਹ ਹੈ ਸਰ ਕਿ ਤੁਸੀਂ ਇਹ ਮੰਨਦੇ ਹੋ ਜਿਹੜੇ ਖੇਤੀ ਕਾਨੂੰਨ ਬਣੇ ਜੇ ਉਹਨਾਂ 'ਚ ਕੋਈ ਸੋਧ ਹੋਣੀ ਚਾਹੀਦੀ ਹੈ? ਐਸਾ ਜੀ ਕਿ ਇਸ ਜਿਹੜੇ ਇਹਨਾਂ ਦੇ ਲੀਡਰਸ ਨੇ ਕਿਸਾਨਾਂ ਦੇ, ਉਹ ਲੀਡਰਸ ਦੇ ਨਾਲ 9-10 ਚਰਨ ਦੀ ਗੱਲਬਾਤ ਜਿਹੜੀ ਹੈ ਉਹ ਹੋਈ। ਉਸ ਤੋਂ ਬਾਅਦ ਵੀ ਸਰਕਾਰ ਨੇ ਹਮੇਸ਼ਾ ਕਿਹਾ ਕਿ ਤੁਸੀਂ ਜੋ ਵੀ ਪ੍ਰਪੋਜ਼ਡ ਅਮੈਂਡਮੈਂਟ ਲੈ ਕੇ ਆਓਗੇ, ਸਰਕਾਰ ਬੜੇ ਖੁੱਲ੍ਹੇ ਦਿਲ ਨਾਲ ਉਸ 'ਤੇ ਵਿਚਾਰ ਕਰਨ ਨੂੰ ਤਿਆਰ ਹੈ। ਜਿਸ ਤਰੀਕੇ ਦੀ ਵੀ ਤੁਸੀਂ ਇਹਦੇ ਵਿੱਚ ਸੋਧ ਕਰਨਾ ਚਾਹੁੰਦੇ ਹੋ, ਸਰਕਾਰ ਉਹਦੇ ਲਈ ਤਿਆਰ ਹੈ। ਔਰ ਇਸ ਤੋਂ ਵੱਡੀ ਗੱਲ ਕਿ ਸਰਕਾਰ ਨੇ ਕਿਹਾ ਕਿ ਤੁਸੀਂ ਸਾਲ ਲਈ, 1.5 ਸਾਲ ਲਈ ਇਹ ਕਾਨੂੰਨਾਂ ਨੂੰ ਸਸਪੈਂਡ ਕਰਨਾ ਚਾਹੁੰਦੇ ਹੋ, ਸਰਕਾਰ ਉਹਦੇ ਲਈ ਤਿਆਰ ਹੈ। ਸਰਕਾਰ ਨੇ ਕਿਹਾ ਕਿ ਸਰਕਾਰ ਦੇ ਇਸ ਸਰਕਾਰ ਦਾ ਜਿੰਨਾ ਟਾਈਮ ਪੀਰੀਅਡ ਹੈ, ਇਸ ਦੇ ਲਈ ਵੀ ਤੁਸੀਂ ਅਗਰ ਚਾਹੁੰਦੇ ਹੋ ਤਾਂ ਇਸ ਕਾਨੂੰਨਾਂ ਨੂੰ ਉਸ ਦੇਰ ਦੇ ਲਈ ਪੈਂਡਿੰਗ ਕੀਤਾ ਜਾ ਸਕਦਾ ਹੈ। ਲੇਕਿਨ ਸਰਕਾਰ ਦੀ ਪਾਰਲੀਮੈਂਟ ਨੇ ਇੱਕ ਕਾਨੂੰਨ ਬਣਾਏ ਨੇ, ਇੱਕ ਵਿਵਸਥਾ ਹੁੰਦੀ ਹੈ। ਕੱਲ੍ਹ ਨੂੰ ਕੋਈ ਵੀ ਸੜਕ 'ਤੇ ਉਤਰੇਗਾ, ਪਹਿਲਾਂ CAA ਦੇ ਖਿਲਾਫ ਵੀ ਇਹ ਹੋਇਆ ਕਿ ਉਹ ਕਾਨੂੰਨ ਨੂੰ ਰੱਦ ਕੀਤਾ ਜਾਵੇ। ਇਸ ਤਰੀਕੇ ਦੀ 370 ਦੇ ਖਿਲਾਫ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ। ਕਾਨੂੰਨ ਬਣਾਉਣਾ ਸਰਕਾਰ ਦਾ ਕੰਮ ਹੈ, ਔਰ ਉਹਦੀ ਸਮੀਖਿਆ ਕਰਦੇ ਹਾਂ ਉਹਦੇ ਵਿੱਚ, ਜਦੋਂ ਇਹ ਕਾਨੂੰਨ ਹਾਲੇ ਲਾਗੂ ਹੀ ਨਹੀਂ ਹੋਏਗੇ। ਜਦੋਂ ਇਹ ਕਾਨੂੰਨ ਲਾਗੂ ਹੋਣਗੇ, ਦੇਸ਼ ਦੀ ਸਰਕਾਰ, ਦੇਸ਼ ਦੇ ਕਾਨੂੰਨ ਲੋਕਾਂ ਦੇ ਭਲੇ ਲਈ, ਲੋਕਾਂ ਦੇ ਹਿੱਤ ਦੇ ਲਈ ਹੁੰਦੇ ਆ। ਸਰਕਾਰ ਨੇ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਤੁਸੀਂ ਆਓ, ਖੁੱਲ੍ਹੇ ਦਿਲ ਨਾਲ ਗੱਲਬਾਤ ਕਰੋ, ਅਸੀਂ ਤਿਆਰ ਹੈ। ਸਰਕਾਰ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਦੁਸ਼ਪਰਿਣਾਮ ਵੀ ਨਜ਼ਰ ਆਉਂਦੇ ਨੇ ਤੇ ਅਸੀਂ ਜਿਹੜਾ ਹੈ ਇਸ ਚੀਜ਼ਾਂ ਦੀ ਹਰ ਤਰੀਕੇ ਦੀ ਸੰਸ਼ੋਧਨ ਕਰਨ ਨੂੰ ਤਿਆਰ ਹੈ। ਲੇਕਿਨ ਅਸੀਂ ਇੱਕ ਜਿੱਦ ਫੜ ਲੈਣੀ ਕਿ ਅਸੀਂ ਕਾਨੂੰਨ ਰੱਦ ਕਰਾ ਕੇ ਹੀ ਦਮ ਲਵਾਂਗੇ। ਮੈਂ ਸਮਝਦਾ ਕਿ ਇਹ ਕਿਸੇ ਲੋਕਤਾਂਤਰਿਕ ਪ੍ਰਣਾਲੀ ਦੇ ਵਿੱਚ, ਕਿਸੇ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹ ਕੋਈ ਸਹੀ ਸੋਚ ਨਹੀਂ। ਕਿਸਾਨਾਂ ਦੇ ਵਿੱਚੋਂ ਜਿਹੜੀ ਗੱਲ ਆ ਰਹੀ ਹੈ ਉੱਭਰ ਕੇ, ਉਹ ਕਹਿੰਦੇ ਕਿ ਕਾਫੀ ਸਮੇਂ ਤੋਂ ਪਹਿਲਾਂ ਤਾਂ ਲਗਾਤਾਰ ਗੱਲਬਾਤ ਹੁੰਦੀ ਰਹੀ। ਜਦੋਂ ਗੱਲਬਾਤ ਹੁੰਦੀ ਰਹੀ ਉਸ ਤੋਂ ਬਾਅਦ ਹੁਣ ਬਹੁਤ ਲੰਬੇ ਸਮੇਂ ਤੋਂ ਡੈਡਲੌਕ ਹੈ। ਉਹ ਕਹਿੰਦੀ ਸਰਕਾਰ ਸਾਡੇ ਨਾਲ ਗੱਲਬਾਤ ਹੀ ਨਹੀਂ ਕਰਨਾ ਚਾਹੁੰਦੀ। ਮੈਂ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਦੇਸ਼ ਅਧਿਕਸ਼ ਦੇ ਹੋਣ ਦੇ ਨਾਤੇ, ਇੱਕ ਰਿਸਪੌਂਸਿਬਲ ਪਾਰਟੀ ਦਾ ਕਾਰਜਕਰਤਾ ਹੋਣ ਦੇ ਨਾਤੇ, ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਉਹਨਾਂ ਕਿਸਾਨ ਵੀਰਾਂ ਨੂੰ, ਉਹਨਾਂ ਨੇਤਾਵਾਂ ਨੂੰ ਮੈਂ ਨਿਮੰਤਰਣ ਦਿੰਦਾ, ਤੁਸੀਂ ਮੇਰੇ ਕੋਲ ਭੇਜੋ ਉਹਨਾਂ ਨੂੰ। ਮੈਂ ਉਹਨਾਂ ਨੂੰ ਜਿਹੜੀ ਸਤਰ ਦੇ ਉੱਤੇ ਗੱਲਬਾਤ, ਸਰਕਾਰ ਨੇ 3 ਮੈਂਬਰੀ ਕਮੇਟੀ ਬਣਾਈ ਹੋਈ ਸੀ, ਉਸ ਕਮੇਟੀ ਨਾਲ ਜਿੱਦਣ ਉਹ ਕਹਿਣਗੇ, ਉਹ ਕੱਲ੍ਹ ਚਾਹਣਗੇ ਤਾਂ ਮੈਂ ਕੱਲ੍ਹ ਹੀ ਉਹਨਾਂ ਨਾਲ ਮੀਟਿੰਗ ਫਿਕਸ ਕਰਵਾ ਦਿੰਦਾ। ਸਰਕਾਰ ਦਾ ਖੁੱਲ੍ਹਾ ਨਿਯੋਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਓਪਨਲੀ ਪਬਲਿਕ ਡੋਮੇਨ ਦੇ ਵਿੱਚ ਕਿਹਾ ਕਿ ਮੈਂ ਇੱਕ ਫੋਨ ਕਾਲ ਦੂਰ ਹਾਂ। ਔਰ ਅੱਜ ਮੈਂ ਆਪਣੀ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ, ਜੇ ਮੇਰੀ ਮਦਦਸਤਾ ਦੀ ਲੋੜ ਹੈ ਤਾਂ ਤੁਸੀਂ ਮੇਰਾ ਸੰਦੇਸ਼ ਉਹਨਾਂ ਤੱਕ ਪਹੁੰਚਾਓ। ਜੇ ਕੱਲ੍ਹ ਉਹ ਮੀਟਿੰਗ ਚਾਹਣ ਤਾਂ ਅਸੀਂ ਕੱਲ੍ਹ ਮੀਟਿੰਗ ਕਰਵਾ ਸਕਦੇ ਹਾਂ। ਚਲੋ, ਕਹਿਣ ਦਾ ਮਤਲਬ ਕਿ ਭਾਜਪਾ ਕੇਂਦਰ ਸਰਕਾਰ ਤਿਆਰ ਹੈ ਇਸ ਕੰਮ ਲਈ, ਪਰ ਇਹ ਵਿਰੋਧ ਤੁਸੀਂ ਸਮਝਦੇ ਹੋ ਵੀ ਉਹ ਕਿਸਾਨੀ ਦਾ ਪੰਜਾਬ 'ਚ ਮੰਨਿਆ ਜਾਂਦਾ ਜਾਂ ਹੋਰ ਸੂਬਿਆਂ ਦੇ ਵਿੱਚ, ਪੰਜਾਬ, ਹਰਿਆਣਾ ਲਗਾ ਲਓ ਨਾਲ, ਹੁਣ ਤਾਂ ਇਹ ਵਿਰੋਧ ਉੱਤਰਾਖੰਡ ਤੇ UP ਤੱਕ ਵੀ ਫੈਲ ਗਿਆ।
ਚੰਡੀਗੜ੍ਹ 'ਚ ਇਸ ਵਿਰੋਧ ਨੂੰ ਮੰਨਦੇ ਹੋ ਤੁਸੀਂ? ਚੰਡੀਗੜ੍ਹ ਦੇ ਵਿੱਚ ਵੀ ਹੁਣ ਤੇ ਪਿੰਡ ਹੈਗੇ ਨੇ। ਬਿਲਕੁਲ, ਚੰਡੀਗੜ੍ਹ ਦੇ ਵਿੱਚ ਇੱਥੇ ਕਈ ਵਾਰੀ ਕਈ ਪ੍ਰੋਗਰਾਮ ਰੱਖੇ ਗਏ, ਸੁਣਨ 'ਚ ਆਇਆ ਕਿ ਜਿਹੜੇ ਪ੍ਰੋਗਰਾਮ ਰੱਖੇ ਗਏ ਉੱਥੇ ਜਾਂ ਤਾਂ ਉਹ ਪ੍ਰੋਗਰਾਮ ਸਥਗਿਤ ਕਰਤੇ ਜਾਂ ਲੀਡਰ ਨਹੀਂ ਆਏ, ਜਾਂ ਜੇ ਹੋਇਆ ਪ੍ਰੋਗਰਾਮ ਤਾਂ ਬੜੀ ਸੁਰੱਖਿਆ ਦੇ ਵਿੱਚ ਹੋਇਆ। ਐਸਾ ਸਭ ਤੋਂ ਪਹਿਲਾਂ ਤੁਸੀਂ ਚੰਡੀਗੜ੍ਹ ਦੀ ਵੀ ਗੱਲ ਕੀਤੀ ਹੈ, ਤਾਂ ਚੰਡੀਗੜ੍ਹ ਦੇ ਵਿੱਚ ਅਸੀਂ ਦੜਬਾ ਦੇ ਵਿੱਚ ਪ੍ਰੋਗਰਾਮ ਕੀਤਾ, ਕਿਸਾਨ ਪੰਚਾਇਤ ਦਾ ਪ੍ਰੋਗਰਾਮ ਕੀਤਾ, ਬੜਾ ਸਕਸੈਸਫੁਲ ਪ੍ਰੋਗਰਾਮ ਹੋਇਆ। ਚੰਦ ਲੋਕਾਂ ਨੇ, ਉਂਗਲੀਆਂ 'ਤੇ ਗਿਣੇ ਚੁਣੇ ਜਾਣ ਵਾਲੇ ਚੰਦ ਲੋਕਾਂ ਨੇ ਬਾਹਰ ਬੈਠ ਕੇ ਨਾਅਰੇ ਲਗਾਏ। ਉਸ ਤੋਂ ਬਾਅਦ ਅਸੀਂ ਘਰ ਘਰ ਜਾ ਕੇ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਪੱਤਰ ਸੀਗਾ ਉਹ ਹਰ ਕਿਸਾਨ ਪਰਿਵਾਰ ਦੇ ਵਿੱਚ, ਪੇਂਡੂ ਪਰਿਵਾਰ ਦੇ ਵਿੱਚ ਪਹੁੰਚਾਇਆ, ਲੋਕਾਂ ਨਾਲ ਡਿਸਕਸ਼ਨ ਕੀਤੀ। ਜਦੋਂ ਇਹਨਾਂ ਨੇ ਟਰੈਕਟਰ ਸਾੜਿਆ ਤੇ ਅਸੀਂ ਟਰੈਕਟਰ ਕਿਸਾਨ ਦਾ ਪੁੱਤਰ ਹੁੰਦਾ, ਅਸੀਂ ਟਰੈਕਟਰ ਦੇ ਪੂਜਨ ਦਾ ਪ੍ਰੋਗਰਾਮ ਕਰਵਾਇਆ। ਕਿਸਾਨਾਂ ਨੇ ਆਪਣੇ ਟਰੈਕਟਰਾਂ ਦੀ ਪੂਜਾ ਕੀਤੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜਾ ਹੈਗਾ ਸਹਾਇਤਾ ਦੀ ਜਿਹੜੀ ਰਾਸ਼ੀ ਹੈ, ਜਿਹੜਾ ਲੋਨ ਹੈ, ਉਹਦਾ ਇੱਕ ਪ੍ਰੋਗਰਾਮ ਦਾ ਅਸੀਂ ਜਿਹੜਾ ਹੈ ਕੈਂਪਵਾਲਾ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ। ਉੱਥੇ ਜ਼ਰੂਰ ਇਹਨਾਂ ਨੇ ਪਲੈਨਿੰਗ ਕਰਕੇ ਕੁਛ ਇਹੀ ਲੋਕ ਨੇ ਜਿਹੜੇ ਵਿਰੋਧ ਕਰਨਾ ਜਿਨ੍ਹਾਂ ਦਾ ਕੰਮ ਹੈ, ਉਹ ਲੋਕਾਂ ਨੇ ਜ਼ਰੂਰ ਵਿਰੋਧ ਕੀਤਾ। ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਪ੍ਰੋਗਰਾਮ ਕੋਈ ਸਥਾਗਿਤ ਕਰਨ ਦੀ ਗੱਲ, ਅਸੀਂ ਪਿੰਡਾਂ ਦੇ ਵਿੱਚ ਗਏ ਹਾਂ, ਮੈਂ ਖੁਦ ਗਿਆ, ਲੋਕਾਂ ਨਾਲ ਮਿਲੇ ਹਾਂ, ਲੋਕਾਂ ਨਾਲ ਗੱਲਬਾਤ ਕੀਤੀ ਹੈ, ਬੜੇ ਖੁੱਲ੍ਹੇ ਵਿਚਾਰ ਨਾਲ ਗੱਲਬਾਤ ਕੀਤੀ ਹੈ। ਦੂਸਰੀ ਗੱਲ, ਪੰਜਾਬ ਦੇ ਵਿੱਚ ਅੱਜ ਇਸ ਵਿਸ਼ੇ ਨੂੰ ਮੋੜ ਦਿੱਤਾ ਗਿਆ। ਜੋ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਵਿੱਚ ਹੋਇਆ, ਅਸੀਂ ਸਾਰੇ, ਮੈਂ ਸਮਝਦਾ ਕਿ ਕੋਈ ਵੀ ਕਿਸਾਨ ਜਿਹੜਾ ਹੈ ਆਪਣੇ ਦੇਸ਼ ਦਾ ਅਪਮਾਨ ਨਹੀਂ ਕਰ ਸਕਦਾ। ਜਿਹੜਾ ਕਿਸਾਨ ਦੇਸ਼ ਨੂੰ ਅੰਨ ਦਿੰਦਾ ਹੈ ਉਹ ਕਦੇ ਦੇਸ਼ ਦੇ ਮਾਨ ਸਨਮਾਨ ਦਾ ਖਿਲਵਾੜ ਨਹੀਂ ਕਰ ਸਕਦਾ। ਉਹ ਕੋਈ ਸ਼ਰਾਰਤੀ ਤੱਤਵ ਸੀ, ਅਸੀਂ ਸਾਰੇ ਜਾਣਦੇ ਹਾਂ ਕੌਣ ਸੀਗੇ। ਆਪਣਾ ਕਿਸਾਨ ਦੇ ਨਾਮ ਦੇ ਉੱਤੇ ਜਦ ਹਰ ਤਰੀਕੇ ਦੀ ਇਜਾਜ਼ਤ ਦਿੱਤੀ ਗਈ, ਇਸ ਸਰਕਾਰ ਨੇ ਹਰ ਤਰੀਕੇ ਦੀ ਲਿਬਰਟੀ ਜਿਹੜੀ ਹੈ ਉਹ ਇਸ ਅੰਦੋਲਨ ਨੂੰ ਦਿੱਤੀ ਹੈ। ਚੰਡੀਗੜ੍ਹ ਦੇ ਵਿੱਚ ਲੋਕਡਾਊਨ ਹੈ, ਚੰਡੀਗੜ੍ਹ ਦੇ ਵਿੱਚ ਲੋਕਡਾਊਨ ਦੇ ਵਿੱਚ ਕਿਸੇ ਨੂੰ ਵੀ ਆਪਣੇ ਘਰ ਤੋਂ ਗੈਰ ਜ਼ਰੂਰੀ ਕੰਮ ਤੋਂ ਨਿਕਲਣਾ ਬਣਿਆ, ਲੇਕਿਨ ਚੰਡੀਗੜ੍ਹ ਦੇ ਚੌਂਕਾਂ ਦੇ ਉੱਤੇ ਅੱਜ ਵੀ ਬਿਨਾਂ ਮਾਸਕ ਪਾਏ ਕੁਝ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ, ਲਾਊਡ ਸਪੀਕਰਾਂ ਦਾ ਯੂਜ਼ ਕਰ ਰਹੇ ਨੇ। ਮੈਂ ਸਮਝਦਾ ਕਿ ਠੀਕ ਹੈ, ਅੱਜ ਇਸ ਕਰੋਨਾ ਮਹਾਮਾਰੀ ਦੇ ਵਿੱਚ ਹਰ ਆਦਮੀ ਨੇ ਹਰ ਤਰੀਕੇ ਦੇ, ਚਾਹੇ ਵਿਅਕਤੀਗਤ ਸੀ, ਸਰਕਾਰੀ ਸੀ, ਨਿੱਜੀ ਸੀ, ਸਭ ਕਾਰਜਕ੍ਰਮ ਰੱਦ ਹੋਏ ਨੇ। ਲੇਕਿਨ ਇਸ ਅੰਦੋਲਨ ਦੇ ਮਾਧਿਅਮ ਦੇ ਨਾਲ ਸਰਕਾਰ ਵਿਰੋਧ, ਮੋਦੀ ਵਿਰੋਧ, ਇਹਦਾ ਇੱਕੋ ਹੀ ਏਜੰਡਾ ਹੈ। ਔਰ ਇਹ ਕੁਝ ਚੰਦ ਲੋਕ ਨੇ ਜਿਹੜੇ, ਔਰ ਕੁਝ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਅੰਦੋਲਨ ਨੂੰ ਜਿਹੜਾ ਹੈ ਉਹ ਇੱਕ ਬੈਕ ਸੀਟ ਤੋਂ ਜਿਹੜਾ ਹੈ ਉਹ ਚਲਾਇਆ ਜਾ ਰਿਹਾ। ਆਮ ਜਨਤਾ ਜਿਹੜੀ ਹੈ ਹੌਲੀ ਹੌਲੀ ਇਸ ਚੀਜ਼ ਨੂੰ ਸਮਝ ਰਹੀ ਹੈ। ਇਸ ਕਾਨੂੰਨਾਂ ਨੂੰ ਇੱਕ ਵਾਰੀ ਲਾਗੂ ਹੋਣ ਦਿਓ। ਦੇਸ਼ ਦੀ ਸਰਕਾਰ ਨੇ ਜਿਵੇਂ ਕਿਹਾ ਕਿ 2024 ਤੱਕ ਕਿਸਾਨਾਂ ਦੀ ਆਏ ਦੁੱਗਣੀ ਕਰਨੀ ਹੈ, ਕਿਸਾਨਾਂ ਨੂੰ ਆਤਮ ਹੱਤਿਆ ਤੋਂ ਦੂਰ ਲੈ ਕੇ ਜਾਣਾ ਹੈ, ਕਿਸਾਨਾਂ ਨੂੰ ਕਰਜ਼ ਮੁਕਤ ਬਣਾਉਣਾ ਹੈ, ਕਿਸਾਨਾਂ ਨੂੰ ਜਿਹੜੇ ਲੋਕ ਨੇ, ਜਿਹੜੇ ਦਲਾਲ ਨੇ, ਉਹਨਾਂ ਦੇ ਵਿੱਚੋਂ ਬਾਹਰ ਲੈ ਕੇ ਜਾਣਾ ਹੈ। ਅੱਜ ਇੱਕ ਚੀਜ਼ ਸਾਹਮਣੇ ਆਈ ਹੈ, ਯੂਪੀ ਤੋਂ 900 ਰੁਪਏ ਕੁਆਂਟਲ ਜਿਹੜੀ ਹੈ ਕਣਕ ਲਿਆ ਕੇ ਇੱਥੇ 1600 ਰੁਪਏ ਵੇਚੀ ਜਾਂਦੀ ਸੀ। ਅੱਜ ਉਹ ਜਾਤੀ ਜਿਹੜੀ ਹੈ ਉਹ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਸੀ। ਅੱਜ ਜਿਹੜੇ MSP ਦੀ ਜਿਹੜੀ ਗਰੰਟੀ ਮੰਗਦੇ ਪਏ ਨੇ ਵੀ ਰਿਟਰਨ ਦੇ ਵਿੱਚ MSP ਦੀ ਲਿਖਤ ਗਰੰਟੀ ਦੇਵੇ ਨਾ, ਉਹ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਜਦੋਂ ਦੀ MSP ਲਾਗੂ ਹੈ ਕਦੇ ਲਿਖਤ ਦੇ ਵਿੱਚ ਉਹਦਾ ਪ੍ਰਾਵਧਾਨ ਨਹੀਂ ਹੋ ਸਕਦਾ। ਸਰਕਾਰ ਕਰਦੀ ਵੀ ਹੈ। ਤਾਂ ਮੈਂ ਅੱਜ ਪੰਜਾਬ ਤੇ ਹਰਿਆਣਾ ਦੇ ਆਪਣੇ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਹਦੇ ਲਈ ਸਰਕਾਰ ਦਾ ਉਹਨਾਂ ਟੋਟਲ ਬਜਟ ਨਹੀਂ ਹੈ ਜਿੰਨਾ ਪੈਸਾ ਪੂਰੀ ਖਰੀਦ ਲਈ ਚਾਹੀਦਾ। ਫਿਰ ਕੋਟੇ ਬੰਨੇ ਜਾਣਗੇ। ਅੱਜ ਪੰਜਾਬ ਹਰਿਆਣਾ ਤੋਂ 100% MSP ਦੇ ਖਰੀਦ ਹੁੰਦੀ ਹੈ ਗੇਹੂੰ ਤੇ ਚਾਵਲ ਦੀ, ਲੇਕਿਨ ਜਦੋਂ ਕੋਟੇ ਬੰਨੇ ਜਾਣਗੇ ਤਾਂ ਫਿਰ ਪੰਜਾਬ ਨੂੰ, ਹਰਿਆਣੇ ਨੂੰ ਉਹਦੀ ਆਬਾਦੀ ਦੇ ਹਿਸਾਬ ਨਾਲ ਉਨਾ ਹੀ ਕੋਟਾ ਮਿਲੂਗਾ। ਤਾਂ ਤੇ 100% ਜਿਹੜੀ ਖਰੀਦ ਹੈ, ਅੱਜ ਅਸੀਂ ਬੜੇ ਉਤਸ਼ਾਹ ਨਾਲ ਇਹ ਕਹਿ ਰਹੇ ਹਾਂ ਕਿ MSP ਦਾ ਲਿਖਤ ਪ੍ਰਾਵਧਾਨ ਹੋਣਾ ਚਾਹੀਦਾ। ਔਰ ਮੈਂ ਸਮਝਦਾ ਕਿ ਦੇਸ਼ ਦੇ ਕ੍ਰਿਸ਼ੀ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਪਾਰਲੀਮੈਂਟ ਦੇ ਸਦਨ ਦੇ ਪਟਲ ਦੇ ਉੱਤੇ ਕਿਹਾ ਕਿ MSP ਥੀ, MSP ਹੈ, MSP ਰਹੇਗੀ, ਮੰਡੀਆਂ ਖਤਮ ਨਹੀਂ ਹੋਣਗੀਆਂ। ਇਹ ਸਾਰੇ ਆਸ਼ਵਾਸਨ ਦਿੱਤੇ ਗਏ। ਔਰ ਸਰਕਾਰ ਜਿਹੜੀ ਹੈ ਉਹ ਕਿਸਾਨ ਦੀ ਜ਼ਮੀਨ ਨੂੰ ਕੋਈ ਦੇਖ ਵੀ ਨਹੀਂ ਪਾਏਗਾ, ਕੋਈ ਨਜ਼ਰ ਚੱਕ ਕੇ ਵੀ ਨਹੀਂ ਦੇਖ ਪਾਏਗਾ। ਕੁਰਕੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਨਹੀਂ, ਕਿਸਾਨਾਂ ਦੀ ਡਿਮਾਂਡ ਤਾਂ ਇਹ ਹੈ ਕਿ 3 ਕਾਨੂੰਨ ਰੱਦ ਤੇ MSP ਪ੍ਰਤੀ ਕੋਈ ਕਾਨੂੰਨ ਲਿਆਓ ਜਿਹੜਾ ਪੱਕੀ ਭਰੋਸੇਯੋਗ ਗੱਲ ਹੋ ਸਕੇ। ਇਸ ਤੇ ਅੜੀ ਹੋਏ ਨੇ ਕਿਸਾਨ। ਮੈਂ ਉਹੀ ਤੁਹਾਨੂੰ ਲਿਬਰੇਟ ਜੀ ਇੱਕ ਚੀਜ਼ ਦੱਸ ਰਿਹਾ। ਇਸ ਚੀਜ਼ ਨੂੰ ਜਰਾ ਆਪਾਂ ਸਟੱਡੀ ਕਰ ਲਈਏ। ਜਿੰਨੇ ਸਾਡਾ ਦੇਸ਼ ਦਾ ਬਜਟ ਹੈ ਜੀ,
ਜੇ ਪੂਰੇ ਦੇਸ਼ ਭਰ ਦੇ ਵਿੱਚ ਇਹ ਕੋਈ ਐਮਐਸਪੀ ਦਾ ਕਾਨੂੰਨ ਲਿਆਇਆ ਜਾਏਗਾ, ਕਿ ਇਕੱਲੇ ਪੰਜਾਬ ਲਈ ਲਿਆਇਆ ਜਾਏਗਾ? ਜੀ। ਇਹ ਸਾਰੇ ਦੇਸ਼ ਲਈ ਲਿਆਂਦਾ ਜਾਏਗਾ। ਐਮਐਸਪੀ ਦਾ ਕਾਨੂੰਨ ਅੱਜ ਐਮਐਸਪੀ ਤੇ ਖਰੀਦ ਸਿਰਫ ਪੰਜਾਬ ਹਰਿਆਣਾ 'ਚ ਹੁੰਦੀ ਹੈ, ਬਿਹਾਰ 'ਚ ਐਮਐਸਪੀ ਤੇ ਖਰੀਦ ਨਹੀਂ ਹੁੰਦੀ ਹੈ, ਜੀ। ਮੱਧ ਪ੍ਰਦੇਸ਼ ਐਮਐਸਪੀ ਤੇ ਖਰੀਦ ਨਹੀਂ ਹੁੰਦੀ ਹੈ ਜੀ। ਅੱਜ ਪੰਜਾਬ ਤੇ ਹਰਿਆਣਾ ਦੇ ਕਿਸਾਨ ਤਾਂ ਮੈਂ ਸਮਝਦਾ ਹਾਂ ਕਿ ਇਸ ਪੱਖੋਂ ਬੜੇ ਭਾਗਿਆਸ਼ਾਲੀ ਨੇ। ਜੇ ਕੱਲ੍ਹ ਨੂੰ ਇਹ ਕਾਨੂੰਨ ਆ ਗਿਆ ਤਾਂ ਇਹਦੀ ਐਮਐਸਪੀ ਦੀ ਖਰੀਦ ਦਾ ਟੋਟਲ ਜਿਹੜਾ ਹੈਗਾ ਉਹ ਇੰਨਾ ਪੈਸਾ ਬਣਦਾ ਹੈ ਕਿ ਦੇਸ਼ ਦੇ ਸਾਰੇ ਬਜਟ ਦਾ 10% ਜ਼ਿਆਦਾ ਪੈਸਾ ਸਰਕਾਰ ਕੋਲੇ ਚਾਹੀਦਾ। ਉਹਨਾਂ ਪੈਸਾ ਨਾ ਕਦੇ ਉਪਲਬਧ ਹੋਣਾ, ਤੇ ਸਰਕਾਰ ਜਿੰਨਾ ਪੈਸਾ ਹੈ ਫਿਰ ਉਸ ਹਿਸਾਬ ਨਾਲ ਮੈਂ ਦੱਸਿਆ ਕੋਟੇ ਬੰਨੇ ਜਾਣਗੇ। ਔਰ ਇਹ ਕਾਨੂੰਨ ਜਿਹੜੇ ਰੱਦ ਕਰਨ ਦੀ ਗੱਲ ਕਰਦੇ ਪਏ ਨੇ, ਅੱਜ ਇੱਕ ਜਿੱਦ ਬਣਾ ਲਿੱਤੀ ਜਾਏ, ਜੇ ਉਹ ਇਹ ਕਿਸੇ ਵੀ ਅੱਜ ਸਾਰੀ ਚੀਜ਼ਾਂ ਨੂੰ, ਇਸ ਮਹਾਮਾਰੀ ਨੂੰ ਦੇਖ ਕੇ ਜੇ ਸਰਕਾਰ ਇਸ ਗੱਲ ਤੇ ਝੁਕ ਸਕਦੀ ਹੈ ਕਿ ਅਸੀਂ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ ਮਹਾਮਾਰੀ ਕਰਕੇ, ਤੁਸੀਂ ਵੀ ਆਪਣੀ ਐਜੀਟੇਸ਼ਨ ਸਸਪੈਂਡ ਕਰ ਦਿਓ। ਸਮਝਦਾਰੀ ਇਸੇ 'ਚ ਸੀਗੀ ਕਿ ਸਾਨੂੰ ਇਹ ਜਿਹੜਾ ਹੈਗਾ, ਜੇ ਲੋਕ ਕਿਸਾਨ ਹਿੱਤ ਦੀ ਗੱਲ ਕਰਦੇ ਹੁੰਦੇ, ਦੇਸ਼ ਹਿੱਤ ਦੀ ਗੱਲ ਕਰਦੇ ਹੁੰਦੇ, ਲੇਕਿਨ ਉਹਨਾਂ ਦਾ ਕੋਈ ਮਕਸਦ ਹੋਰ ਹੈ। ਇਸ ਅੰਦੋਲਨ ਦੇ ਮਾਧਿਅਮ ਨਾਲ ਉਹ ਲੋਕ ਕੁਝ ਹੋਰ ਗੋਲ ਹਾਸਲ ਕਰਨਾ ਚਾਹੁੰਦੇ ਨੇ। ਤੁਹਾਨੂੰ ਕੀ ਲੱਗਦਾ ਕਿ ਵੀ ਇਹ ਅੰਦੋਲਨ ਕਿੱਥੇ ਜਾ ਕੇ ਮੁੱਕੇਗਾ? ਇਹ ਜਾਂ ਇਸ ਦਾ ਮਨਸ਼ਾ ਕੀ ਹੈ ਜਿਹੜਾ ਤੁਸੀਂ ਕਹਿੰਦੇ ਕੁਝ ਹੋਰ? ਨਹੀਂ, ਮੈਂ ਤਾਂ ਅੱਜ ਅਸੀਂ ਦੇਖ ਰਹੇ ਹਾਂ ਅੱਜ ਜਿਸ ਪ੍ਰਕਾਰ ਨਾਲ ਲਾਲ ਕਿਲੇ ਦੀ ਘਟਨਾ ਹੋਈ ਹੈ, ਦਿੱਲੀ ਦੇ ਵਿੱਚ ਜਿਹੜੀ ਘਟਨਾ ਹੋਈ, ਉਹਨੇ ਸਾਰੇ ਦੇਸ਼ ਦਾ ਸਿਰ ਨੀਵਾਂ ਕੀਤਾ। ਅੱਜ ਜਿਹੜਾ ਜਿਸ ਪ੍ਰਕਾਰ ਨਾਲ ਉੱਥੇ ਨਕਸਲਾਈਟ ਤਾਕਤਾਂ ਜਿਹੜੀਆਂ ਨੇ ਉਹ ਉੱਭਰ ਕੇ ਆਈਆਂ ਨੇ, ਉਹਨਾਂ ਨੇ ਆਪਣੇ ਆਪ ਨੂੰ ਇੱਕ ਬੈਕ ਸੀਟ ਤੋਂ ਇਸ ਅੰਦੋਲਨ ਨੂੰ ਡਰਾਈਵ ਕੀਤਾ। ਅੱਜ ਪੰਜਾਬ ਦੇ ਵਿੱਚ, ਪੰਜਾਬ ਨੂੰ ਜਿਹੜਾ ਹੈ, ਪੰਜਾਬ ਦੇ ਵਿੱਚ ਜਦੋਂ ਪਿਛਲੀ ਵਾਰ ਅਸੀਂ ਪੰਜਾਬ ਦਾ ਜਿਹੜਾ ਉਗਰਵਾਦ ਦਾ ਟਾਈਮ ਦੇਖਿਆ, 35,000 ਲੋਕਾਂ ਦਾ ਖੂਨ ਸੜਕਾਂ 'ਤੇ ਡੁੱਲਿਆ। ਅੱਜ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕਿਸੇ ਪ੍ਰਕਾਰ ਦੇ ਵਿੱਚ ਵੀ ਅਮਨ ਸ਼ਾਂਤੀ ਨੂੰ ਭੰਗ ਕੀਤਾ ਜਾਵੇ। ਅੱਜ ਉਹ ਲੋਕ ਨੇ ਜਿਹੜੇ ਇਸ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ। ਚਲੋ ਮੰਨਿਆ ਕਿ ਤੁਹਾਡੇ ਮੰਨਣ ਦੇ ਮੁਤਾਬਕ ਕਿ ਜਿਹੜੇ ਕਿਸਾਨ ਅੰਦੋਲਨ ਦੇ ਬੈਕ ਤੋਂ ਪਿੱਛੋਂ ਬੈਕਡੋਰ ਤੋਂ ਕੋਈ ਹੋਰ ਤਾਕਤਾਂ ਕੰਮ ਕਰ ਰਹੀਆਂ ਨੇ, ਕਿਸਾਨ ਇਹ ਨਹੀਂ ਕਰ ਰਹੇ, ਉਹ ਜਿੱਦ ਉਹਨਾਂ ਨੇ ਨਹੀਂ ਫੜੀ ਹੋਈ, ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ, ਮਾਹੌਲ ਪੈਦਾ ਕੀਤਾ ਜਾ ਰਿਹਾ। ਪਰ ਹੁਣ ਤੁਸੀਂ ਮੰਨਦੇ ਹੋ ਕਿ ਵੀ ਆਪਾਂ ਫਿਰ ਚੰਡੀਗੜ੍ਹ ਆਉਂਦੇ ਹਾਂ, ਚੰਡੀਗੜ੍ਹ ਦੇ ਵਿੱਚ ਜਿਹੜਾ ਵੀ ਇਸ ਵਿਰੋਧ ਨੂੰ ਲੈ ਕੇ ਪ੍ਰਭਾਵ ਸੀਗਾ, ਉਹ ਤੁਸੀਂ ਕਿਤੇ ਨਾ ਕਿਤੇ ਲੋਕਾਂ ਨੂੰ ਮਿਲ ਕੇ, ਜਿਹੜੇ ਨਾਰਾਜ਼ ਸੀ ਉਹਨਾਂ ਨੂੰ ਮਿਲ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਤੁਸੀਂ ਇਹ ਭਰੋਸਾ ਦਿਵਾਤਾ ਕਿ ਕਾਨੂੰਨ ਉਹਨਾਂ ਦੇ ਹੱਕ 'ਚ ਨੇ, ਉਹਨਾਂ ਦੇ ਵਿਰੋਧ 'ਚ ਨਹੀਂ ਹੈ। ਅਤੇ ਹੁਣ ਚੁਣਾਵੀ ਦੇ ਵਿੱਚ ਤੁਸੀਂ ਪਿਛਲੇ 4.5 ਸਾਲ ਹੋ ਗਏ ਨੇ ਮੇਰੇ ਹਿਸਾਬ ਨਾਲ, ਅਤੇ ਕਾਰਪੋਰੇਸ਼ਨ ਦੇ ਵਿੱਚ ਕਿਹੜੇ ਐਸੇ ਕੰਮ ਨੇ ਜਿਹੜੇ ਤੁਸੀਂ ਕੀਤੇ ਜਿਨ੍ਹਾਂ ਨੂੰ ਲੈ ਕੇ ਲੋਕਾਂ 'ਚ ਜਾਓਗੇ ਕਿ ਜੇ ਚੋਣਾਂ ਹੁੰਦੀਆਂ ਨੇ ਤਾਂ ਉਹ ਤੁਹਾਨੂੰ ਦੁਬਾਰਾ ਮੌਕਾ ਦੇਣ? ਐਸੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੀ। ਲਗਾਤਾਰ 2016 ਦੇ ਵਿੱਚ 15 ਸਾਲ ਬਾਅਦ ਮੈਂ ਪਾਰਟੀ ਦਾ ਮੇਅਰ ਬਣਿਆ ਸੀ ਜੀ, ਔਰ 10 ਮਹੀਨੇ ਦਾ ਮੈਨੂੰ ਕਾਰਜਕਾਲ ਮੇਰਾ ਮਿਲਿਆ ਸੀਗਾ। ਲਾਸਟ ਦੇ 1.5-2 ਮਹੀਨੇ ਜਿਹੜੇ ਹੈ ਉਹ ਕੋਡ ਆਫ ਕੰਡਕਟ ਸੀਗਾ, ਔਰ ਹਫਤਾ 10 ਦਿਨ ਮੈਂ ਲੇਟ ਮੇਰੀ ਜਿਹੜਾ ਹੈ ਉਹ ਚੁਣਾਵ ਹੋਇਆ ਸੀ ਜੀ। ਲਗਭਗ 10 ਮਹੀਨੇ ਦੇ ਦੌਰਾਨ ਅਸੀਂ ਬਹੁਤ ਸਾਰੇ ਪ੍ਰੋਜੈਕਟ ਸ਼ੁਰੂ ਕੀਤੇ, ਔਰ ਉਸੇ 10 ਮਹੀਨੇ ਦੇ ਸਬਰੂ ਔਰ 15 ਸਾਲ ਦਾ ਕਾਂਗਰਸ ਦਾ ਕੁਸ਼ਾਸਨ, ਅਸੀਂ 22 ਸੀਟਾਂ ਲੜੀਆਂ ਸੀ, ਜਿਹਦੇ 'ਚੋਂ ਅਸੀਂ 21 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਜੀ। ਔਰ ਅਕਾਲੀ ਦਲ ਨੇ ਜਿਹੜਾ ਹੈ 4 ਸੀਟਾਂ ਦੇ ਚੁਣਾਵ ਲੜਿਆ, ਔਰ 3 ਸੀਟਾਂ ਦੇ ਅਕਾਲੀ ਦਲ ਹਾਰਿਆ, ਸਿਰਫ 1 ਸੀਟ 'ਤੇ ਜਿੱਤੇ। ਲਗਭਗ ਬਹੁਤ ਵੱਡੀ 95% ਦੀ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਸਫਲਤਾ ਮਿਲੀ। ਉਹ ਸ਼ਾਇਦ ਉਹ 10 ਮਹੀਨੇ ਦਾ ਜਿਹੜਾ ਲੋਕਾਂ ਨੇ ਸਾਡਾ ਸੁਸ਼ਾਸਨ ਦੇਖਿਆ ਸੀ, ਸਾਡੇ ਪ੍ਰੋਜੈਕਟ ਦੇਖੇ ਸੀ, ਉਹਨਾਂ ਦੇ ਕਰਕੇ ਹੀ ਰਿਹਾ। ਪਿਛਲੇ ਲਗਭਗ 4.25 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਮੇਅਰ ਕਾਬਜ਼ ਨੇ, ਔਰ ਬਹੁਤ ਸਾਰੀਆਂ ਚੀਜ਼ਾਂ, ਔਰ ਆ ਪਿਛਲੇ ਲਗਭਗ ਸਵਾ ਸਾਲ ਤੋਂ ਵੀ ਇਸ ਪੀਰੀਅਡ ਨੂੰ ਛੱਡ ਦਈਏ, ਲੇਕਿਨ ਇਸ ਦੇ ਦੌਰਾਨ ਵੀ ਜਿਹੜੇ ਵਿਕਾਸ ਦੇ ਲਗਾਤਾਰ ਕੰਮ ਚੱਲ ਰਹੇ ਸੀ, ਉਹਨਾਂ ਨੂੰ ਅਸੀਂ ਗਤੀ ਦਿੱਤੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ, ਮੈਂ ਇੱਕ ਉਹਦੇ ਤੇ ਕਰਾਵਾਂਗਾ। ਤਾਂ ਅੱਜ ਸ਼ਹਿਰ ਦੇ ਵਿੱਚ ਜਿਹੜਾ 29 MJD ਪਾਣੀ ਹੈ, ਜਿਹੜਾ 5-6 ਫੇਸ ਦਾ ਕਾਂਗਰਸ ਦੇ 15 ਸਾਲਾਂ ਦੇ ਕੁਸ਼ਾਸਨ 'ਚ ਰੁਕਿਆ ਪਿਆ ਸੀ, ਉਹ 2016 ਜਿਹਦੀ ਮੈਂ ਨੀਂਹ ਰੱਖੀ ਸੀ, 2019 ਦੇ ਵਿੱਚ ਅਸੀਂ ਉਹ 29 MJD ਪਾਣੀ ਸ਼ਹਿਰ ਨੂੰ ਉਪਲਬਧ ਕਰਵਾ ਦਿੱਤਾ। ਅਗਲੇ 100 ਸਾਲ ਤੱਕ ਚੰਡੀਗੜ੍ਹ ਨੂੰ ਪਾਣੀ ਦੀ ਕਿੱਲਤ ਨਹੀਂ ਹੋਣ ਵਾਲੀ। ਇੱਕ ਬਹੁਤ ਵੱਡੀ ਉਪਲਬਧੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੈ। ਅਸੀਂ ਪਾਣੀ ਦੇ ਖੇਤਰ ਦੇ ਵਿੱਚ ਹੀ
ਆ ਜੋ ਕੰਮ ਸ਼ੁਰੂ ਹੋ ਗਿਆ ਹੈ ਕਿ ਇੱਥੇ ਅੱਧੇ ਦਿਨ ਦੀ ਕੈਪੈਸਿਟੀ ਸੀ ਪਾਣੀ ਦੀ, ਹਾਫ ਡੇ ਦਾ ਅਸੀਂ ਪਾਣੀ ਸਟੋਰ ਕਰ ਸਕਦੇ ਸੀਗੇ। ਸਵੇਰੇ ਪਾਣੀ ਆਏਗਾ ਭਾਖੜਾ ਤੋਂ ਜੀ, ਸ਼ਾਮ ਨੂੰ ਪਾਣੀ ਸਪਲਾਈ ਕਰਾਂਗੇ, ਸ਼ਾਮ ਨੂੰ ਜਿਹੜਾ ਆਏਗਾ ਉਹ ਸਵੇਰੇ ਸਪਲਾਈ ਕਰਾਂਗੇ। ਅੱਜ ਅਸੀਂ ਉਸ ਜਿਹੜਾ ਸਟੋਰੇਜ ਹੈ ਉਹਨੂੰ ਡਬਲ ਕੈਪੈਸਿਟੀ ਦਾ ਬਣਾਉਣ ਦੇ ਲਈ ਉਹਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਹੈ। ਅੱਜ ਅਸੀਂ ਜਿਹੜਾ ਪਾਣੀ ਹੈ ਉਹ ਪਾਣੀ 24x7 ਦੇ ਵਿੱਚ ਲਗਭਗ 600 ਕਰੋੜ ਰੁਪਏ ਦਾ ਪ੍ਰੋਜੈਕਟ ਹੈ, ਜਿਹਦੇ 'ਚ 100 ਕਰੋੜ ਰੁਪਏ ਦੀ ਸਬਸਿਡੀ ਹੈ। ਉਸ ਨੂੰ ਲੈ ਕੇ 24x7 ਪਾਣੀ ਦਾ ਪ੍ਰੋਜੈਕਟ ਹੈ ਜਿਹੜਾ, ਉਹਦਾ ਵੀ ਏਜੰਡਾ ਪਾਸ ਕਰਕੇ ਉਹਦੇ ਵੀ ਟੈਂਡਰ ਲੱਗਣ। ਇਹ ਪਾਣੀ ਦਾ ਮੈਂ ਕੀਤਾ। ਸੜਕਾਂ ਦੀ ਗੱਲ ਰਹੀ, ਉਸ ਤੋਂ ਬਾਅਦ ਸੜਕਾਂ ਜਿਹੜੀਆਂ ਨੇ ਕੁਝ ਦੌਰਾਨ ਜ਼ਰੂਰ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕੁਝ ਸਮੇਂ ਲਈ, ਜਿਹੜਾ ਕਿ ਅੱਜ ਹੁਣ ਰਿਵਾਈਵ ਹੋ ਗਿਆ, ਉਸ ਦੌਰਾਨ ਕੁਝ ਸੜਕਾਂ ਦਾ ਕੰਮ ਔਰ ਕੁਝ ਬਾਰਿਸ਼ ਕਰਕੇ ਉਹ ਦੂਰ ਹੋਇਆ। ਜਿਹੜਾ ਹੁਣ ਅੱਜ ਬਰਸਾਤ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਸਭ ਸੜਕਾਂ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਕੰਮ ਚੱਲ ਰਿਹਾ, ਔਰ ਜੁਲਾਈ ਅਗਸਤ ਮਹੀਨੇ ਤੱਕ ਜਿੰਨੀਆਂ ਵੀ ਸ਼ਹਿਰ ਦੀਆਂ ਸੜਕਾਂ ਨੇ ਉਹ ਕੰਪਲੀਟ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਅੱਜ ਸਾਰਾ ਜਿਹੜਾ ਕਾਫੀ ਦੇਰ ਤੋਂ ਪੈਂਡਿੰਗ ਕੰਮ ਪੈ ਰਿਹਾ ਸੀਗਾ, ਅੱਜ ਸਾਰੇ ਸ਼ਹਿਰ ਦੇ 1900 ਪਾਰਕਾਂ ਦੇ ਵਿੱਚ ਲਾਈਟ ਦੇ ਜਿਹੜੇ ਪੋਲ ਲੱਗੇ ਹੋਏ ਸੀ ਉਹਨਾਂ ਦੇ ਉੱਤੇ ਜਿਹੜੇ ਉਹ ਲਾਈਟ ਦੇ ਸਿਸਟਮ ਲੱਗਣਾ ਸੀਗਾ, ਉਹ ਸਾਰੇ ਗਲੋਬਸ ਵਗੈਰਾ ਲੱਗ ਚੁੱਕੇ ਨੇ, ਲਗਾਤਾਰ ਜਗ ਰਹੇ ਨੇ। ਅੱਜ ਪਾਰਕਾਂ ਦੇ ਵਿੱਚ ਡਾਰਕ ਸਪੌਟ ਸਾਰੇ ਨੇ ਜਿਹੜੇ ਅਸੀਂ ਕਵਰ ਕਰ ਦਿੱਤੇ ਆ। ਅੱਜ ਸਾਰੀ ਸਟਰੀਟ ਲਾਈਟ, ਕਿਤੇ ਵੀ ਕੋਈ ਸ਼ਹਿਰ ਦੀ ਸਟਰੀਟ ਲਾਈਟ ਦੇ ਵਿੱਚ ਅਸੀਂ ਡਾਰਕ ਸਪੌਟ ਨਹੀਂ ਮਿਲਦੇ। ਅੱਜ ਜਿਹੜੇ ਸਾਈਕਲ ਟਰੈਕ ਬਹੁਤ ਦੇਰ ਤੋਂ ਬਣੇ ਹੋਏ ਸੀ, ਉਹ ਸਾਈਕਲ ਟਰੈਕ ਦੇ ਉੱਤੇ ਵੀ ਸਾਰੀ ਲਾਈਟ ਦੀ ਵਿਵਸਥਾ, ਤਾਂ ਕਿ ਚੰਡੀਗੜ੍ਹ ਦੇ ਵਿੱਚ ਸਾਈਕਲਿੰਗ ਨੂੰ ਪ੍ਰਮੋਟ ਕੀਤਾ ਜਾ ਸਕੇ। ਸਾਈਕਲ ਟਰੈਕ ਦੇ ਨਾਲ ਹੀ ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਤਹਿਤ ਜਿਹੜਾ ਉਹ ਸਾਈਕਲ ਪੂਲਿੰਗ ਦਾ ਸਿਸਟਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ। ਲੋਕ ਸਾਈਕਲ ਜਿਹੜੇ ਹੈਗੇ ਆ ਉਹ ਚਲਾ ਸਕਦੇ ਨੇ, ਇਹੋ ਜਿਹੇ ਜਿਹੜਾ ਹੈ ਇਸ ਪ੍ਰੋਜੈਕਟ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਜਿਹੜਾ ਪੂਰੇ ਸੈਨੀਟਾਈਜੇਸ਼ਨ ਦੇ ਵਿੱਚ ਉਹ ਦੇਖੀਏ ਤਾਂ ਪ੍ਰੋਜੈਕਟ ਜਿਹੜਾ ਕਾਂਗਰਸ ਪਾਰਟੀ ਨੇ 2006 ਦੇ ਵਿੱਚ ਜਿਹੜਾ ਅੱਜ ਇਹ ਗਾਰਬੇਜ ਪ੍ਰੋਸੈਸਿੰਗ ਪਲਾਂਟ ਹੈ ਲਿਆਂਦਾ, ਇੱਕ ਬਿਨਾਂ ਕਿਸੇ ਟੈਂਡਰ ਕੀਤਿਆਂ ਸਾਰੇ ਟੈਂਡਰ ਪ੍ਰੋਸੈਸ ਨੂੰ ਇਗਨੋਰ ਕਰਕੇ ਉਸ ਵਕਤ ਦੇ MP ਦੇ ਕਹਿਣ ਦੇ ਉੱਤੇ ਰਾਤੋਂ ਰਾਤ ਇੱਕ ਕੰਪਨੀ ਦੇ ਨਾਲ, ਸੀਮੈਂਟ ਬਣਾਉਣ ਵਾਲੀ ਕੰਪਨੀ ਨੇ ਨਾਲ ਕਰਾਰ ਕੀਤਾ, ਔਰ ਇੱਕ ਗਲਤ ਟੈਕਨੋਲੋਜੀ ਦਾ ਪਲਾਂਟ ਜਿਹੜਾ ਕਹਿ ਕੇ ਜਰਮਨ ਦੀ ਟੈਕਨੋਲੋਜੀ ਔਰ ਲੁਧਿਆਣੇ ਦੀ ਮਸ਼ੀਨਰੀ ਲਿਆ ਕੇ ਲਾਈ ਗਈ, ਔਰ ਇੱਕ ਵੱਡੇ ਕਰਪਸ਼ਨ ਦੇ ਕਰਕੇ ਸ਼ਹਿਰ ਨੂੰ ਬੜਾ ਜਿਹੜਾ ਹੈਗਾ ਉਹ ਸੰਤਾਪ ਭੁਗਤਣਾ ਪਿਆ। ਅੱਜ ਭਾਰਤੀ ਜਨਤਾ ਪਾਰਟੀ ਨੇ ਉਸ ਗਾਰਬੇਜ ਪ੍ਰੋਸੈਸਿੰਗ ਪਲਾਂਟ ਨੂੰ ਟੇਕ ਓਵਰ ਕਰਕੇ ਨਵਾਂ ਪਲਾਂਟ ਲਗਾਉਣ ਦੇ ਲਈ ਉਹਦੇ ਐਕਸਪ੍ਰੈਸ਼ਨ ਆਫ ਇੰਟਰਸਟ ਕਾਲ ਕਰਕੇ ਉਹਦਾ ਫਾਈਨਲ ਕਰਕੇ ਅਸੀਂ ਇਸ ਮਹੀਨੇ ਹੀ ਉਹਦੇ ਟੈਂਡਰ ਕਾਲ ਕਰ ਰਹੇ ਹਾਂ। ਅੱਜ ਉੱਥੇ ਜਿਹੜਾ ਕੂੜੇ ਦਾ ਪਹਾੜ ਸੀਗਾ, 5 ਲੱਖ ਟਨ ਜਿਹੜਾ ਉੱਥੇ ਕੂੜੇ ਦੇ ਪਹਾੜ ਨੂੰ ਸਾਫ਼ ਕਰਨ ਦੇ ਲਈ ਜਿਹੜਾ ਹੈਗਾ ਬਾਇਓ ਮਾਈਨਿੰਗ ਦੀ ਟੈਕਨੀਕ ਨਾਲ ਅਸੀਂ ਲਾ ਦਿੱਤਾ। ਅਗਲੇ 1 ਸਾਲ ਦੇ ਵਿੱਚ ਅੱਧਾ ਕੂੜਾ ਜਿਹੜਾ ਹੈ, ਜਿਹੜਾ ਪੁਰਾਣਾ ਬਾਇਓ ਵੇਸਟ ਸੀਗੀ, ਜਿਹੜੀ ਲੈਗੇਸੀ ਵੇਸਟ ਸੀਗੀ, ਉਹਨੂੰ ਕਲੀਅਰ ਕਰਨ ਦਾ ਕੰਮ ਜਿਹੜਾ ਹੈ ਪੂਰੀ ਗਤੀ ਦੇ ਨਾਲ ਚੱਲ ਰਿਹਾ। ਅੱਜ ਜਿਹੜਾ ਸੈਨੀਟੇਸ਼ਨ ਜਿਹੜਾ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਪਲੱਸ ਸੈਗਰੀਗੇਸ਼ਨ ਦਾ ਕੰਮ ਸੀਗਾ, ਉਹਦੇ ਲਈ ਸਾਰਾ ਪ੍ਰੋਸੈਸ ਜਿਹੜਾ ਹੈ ਸ਼ੁਰੂ ਹੋ ਚੁੱਕਾ। ਅੱਜ ਸੈਨੀਟਾਈਜੇਸ਼ਨ ਦਾ ਜਿਹੜਾ ਕੰਮ ਹੈ ਉਹ ਪੂਰੇ ਤਰੀਕੇ ਦੇ ਨਾਲ ਚੱਲ ਰਿਹਾ ਹੈ। ਉਸ ਤੋਂ ਇਲਾਵਾ ਅਸੀਂ ਕਿਸੇ ਵੀ ਫੀਲਡ ਦੀ ਗੱਲ ਅਸੀਂ ਕਰਾਂਗੇ, ਹਰ ਖੇਤਰ ਦੇ ਵਿੱਚ ਇੱਕ ਪੂਰੇ ਪਰਿਵਰਤਨ ਜਿਹੜੇ ਨੇ, ਕ੍ਰਾਂਤੀਕਾਰੀ ਪਰਿਵਰਤਨ ਹੋਏ ਨੇ, ਔਰ ਇੱਕ ਸੋਚ ਲੈ ਕੇ, ਕਿਉਂਕਿ ਸਾਡੇ ਕੋਲ ਨੀਅਤ ਵੀ ਹੈ ਔਰ ਸਾਡੇ ਕੋਲ ਨੀਤੀ ਵੀ ਹੈ। ਚਲੋ ਤੁਹਾਡੀ ਅੱਜ ਇੱਕ ਸਭ ਨਾਲੋਂ ਵੱਡੀ ਚੀਜ਼ ਹੋਈ ਹੈ ਕਿ ਇਹ ਜਿਹੜਾ ਹੈ FDR ਦੇ ਸਹਾਰੇ ਕਾਰਪੋਰੇਸ਼ਨ ਚਲਾਉਂਦੇ ਰਹੇ। ਅੱਜ ਅਸੀਂ ਇੱਕ ਨਵਾਂ ਪੈਸਾ 15 ਸਾਲਾਂ ਦੇ ਵਿੱਚ ਰੈਵਨਿਊ ਜਨਰੇਸ਼ਨ ਨਹੀਂ ਹੋਇਆ। ਅੱਜ ਉਹ ਜਿਹੜਾ 100 ਕਰੋੜ ਤੋਂ ਅਸੀਂ 500 ਕਰੋੜ ਰੁਪਏ ਤੱਕ 350 ਕਰੋੜ ਰੁਪਏ ਦੀ ਕਾਰਪੋਰੇਸ਼ਨ ਦਾ ਰੈਵਨਿਊ ਖੜਾ ਕਰ ਦਿੱਤਾ, ਔਰ ਜਿਹੜੀ ਗ੍ਰਾਂਟ 276 ਕਰੋੜ ਸੀ, ਅੱਜ 502 ਕਰੋੜ ਰੁਪਇਆ ਸਾਨੂੰ ਗ੍ਰਾਂਟ ਇਨ ਏਡ ਦੇ ਵਿੱਚ ਆ ਰਿਹਾ। ਚਲੋ ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਕਾਰਪੋਰੇਸ਼ਨ ਨੂੰ ਆਰਥਿਕਤਾ ਤੌਰ ਤੇ ਵੀ ਉੱਪਰ ਲੈ ਕੇ ਗਏ ਹੋ। ਜਿਹੜੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਕਾਂਗਰਸ ਦੀ ਸੱਤਾ ਦੇ ਵਿੱਚ ਖਾਮੀਆਂ ਆ ਗਈਆਂ ਸੀ, ਸਾਰੀਆਂ ਦੂਰ ਕਰ ਦਿੱਤੀਆਂ। ਜੇ ਹੁਣ ਮੰਨਿਆ ਜਾਵੇ, ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਪਾਣੀ ਤੁਸੀਂ 29 MGD ਲੈ ਕੇ ਆਂਦਾ, ਪਰ ਜਿਹੜੇ ਹੁਣ ਪਾਣੀ ਦੇ ਰੇਟ ਵਧੇ ਨੇ, ਰੇਟ ਵਧੇ ਕਰਕੇ ਬਹੁਤ ਵੱਡਾ ਤੁਹਾਡਾ ਵਿਰੋਧ ਹੋ ਰਿਹਾ। ਉਹਦੇ ਪ੍ਰਤੀ ਇੱਕ ਵਾਰੀ ਏਜੰਡਾ ਪਾਸ ਹੋ ਗਿਆ, ਦੁਬਾਰੇ ਲਿਆ ਕੇ ਉਹਨੂੰ ਫੇਰ ਪਾਸ ਕਰਕੇ ਤੁਸੀਂ ਭੇਜਤਾ। ਉਹਦੇ ਪ੍ਰਤੀ
ਫਿਰ ਤੁਹਾਡਾ ਯਾਨੀ ਕਿ ਪਿੱਛੇ ਜੇ ਕਾਂਗਰਸ ਦਾ ਇਹ ਵੀ ਦੋਸ਼ ਹੈ ਕਿ ਲਾਇਆ ਕਿ ਜਦੋਂ ਇਹ ਰੇਟ ਵਧੇ ਉਹ ਭਾਜਪਾ ਦੇ ਹਰ ਕੌਂਸਲਰ ਦੇ ਜਾ ਕੇ ਅਸਤੀਫੇ ਦੀ ਮੰਗ ਕੀਤੀ ਉਹਨਾਂ ਨੇ। ਫਿਰ ਕਹਿੰਦੇ ਜਦੋਂ ਵੀ ਤੁਸੀਂ ਜਦੋਂ ਗੱਲ ਆਈ ਇਹ ਸਾਰੇ ਵਿਰੋਧ ਦੇ ਵਿੱਚ ਇਹ ਕੁਛ ਕੁ ਕੌਂਸਲਰਾਂ ਦੇ ਘਰਾਂ ਦੇ ਵਿੱਚ ਵਿਰੋਧ ਕਰਨ ਗਏ ਸੀਗੇ, ਜਦੋਂ ਉਹ ਗੱਲ ਆਈ ਕਿ ਹਾਊਸ ਦੀ ਮੀਟਿੰਗ ਦੇ ਵਿੱਚ ਲਿਆ ਕੇ ਫਿਰ ਇਹਨੂੰ ਦੁਬਾਰੇ ਵਿਚਾਰਿਆ ਜਾਊਗਾ। ਹਾਊਸ ਦੀ ਮੀਟਿੰਗ ਹੋਣ ਤੋਂ ਬਾਅਦ ਫਿਰ ਕੀ ਹੋਇਆ ਕਿ ਹਾਊਸ ਦੇ ਵਿੱਚ ਜਾਣੀ ਕਿ ਸੱਤਾਧਾਰੀ ਪਾਰਟੀ ਜਾਂ ਆਪਣੇ ਮੇਅਰ ਨੇ ਕਿਹਾ ਕਿ ਵੀ ਅਸੀਂ ਤਾਂ ਇੱਥੋਂ ਪਾਸ ਕਰਕੇ ਭੇਜਤਾ, ਹੁਣ ਤਾਂ ਐਡਮਿਨਿਸਟ੍ਰੇਸ਼ਨ ਦੀ ਸਿਰ 'ਤੇ ਹੈ। ਪਰ ਅਸੀਂ ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਦੋਨੋਂ ਵਾਪਸ ਲੈ ਲਏ ਕਿ ਜਦੋਂ ਜ਼ਿੰਮੇਵਾਰ ਅਹੁਦੇਦਾਰ ਗਵਰਨਰ ਸਾਹਿਬ ਨੂੰ ਮਿਲਣ ਗਏ ਸੀਗੇ ਕਿ ਇਹ ਪਾਣੀ ਦੇ ਰੇਟ ਹੁਣ ਘਟਾ ਦਿੱਤੇ ਜਾਣਗੇ, ਤੇ ਜਦੋਂ ਉਹਨਾਂ ਦੇ ਬਿਆਨ ਦਿੱਤਾ ਵੀ ਤੁਸੀਂ ਜਾਣੀ ਅਹੁਦੇਦਾਰਾਂ ਨੇ ਆ ਕੇ ਬਾਹਰ ਬਿਆਨ ਦਿੱਤਾ ਕਿ ਵੀ ਗਵਰਨਰ ਸਾਹਿਬ ਮੰਨ ਗਏ ਨੇ ਰੇਟ ਘਟ ਜਾਣਗੇ, ਪਰ ਉਹ ਰੇਟ ਨਹੀਂ ਘਟੇ। ਐਸਾ ਜੀ ਕਿ ਤੁਹਾਡੀ ਬਿਲਕੁਲ ਗੱਲ ਦਰੁਸਤ ਹੈ, ਲੇਕਿਨ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹਦੀ ਸੱਚਾਈ ਸਾਰੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ। ਸਭ ਨਾਲੋਂ ਪਹਿਲਾਂ ਤਾਂ ਜ਼ਰੂਰ ਪਾਣੀ ਦੇ ਰੇਟ ਵਧੇ ਨੇ, ਲੇਕਿਨ ਇਹ ਰੇਟ ਅਸੀਂ ਤੁਰੰਤ ਰੋਲ ਬੈਕ ਹੋਏ ਨੇ ਔਰ ਇਹ ਰੇਟ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ, ਕੁਝ ਦਿਨਾਂ ਦੇ ਵਿੱਚ ਵੀ ਨਈ ਨੋਟੀਫਿਕੇਸ਼ਨ ਦੇ ਨਾਲ ਰੋਲ ਬੈਕ ਹੋ ਜਾਣਗੇ ਔਰ ਜਿੰਨੇ ਵੀ ਜਿਹੜਾ ਹੈਗਾ ਇਹ ਪੈਸੇ ਲੋਕਾਂ ਨੇ ਹਾਲੇ ਤੱਕ ਜਮ੍ਹਾਂ ਕਰਾਏ ਨੇ ਐਕਸੈਸ ਬਿੱਲਾਂ ਦੇ ਰੂਪ ਦੇ ਵਿੱਚ, ਉਹ ਸਾਰੇ ਪੈਸੇ ਐਡਜਸਟ ਹੋਣਗੇ। ਔਰ ਮੈਂ ਸਭ ਨਾਲੋਂ ਵੱਡੀ ਚੀਜ਼, ਜੋ ਅੱਜ ਜੋ ਐਗਜ਼ਿਸਟਿੰਗ ਰੇਟ ਸੀਗੇ ਉਸ ਤੋਂ ਰੇਟ ਘਟਾ ਦਿੱਤੇ ਗਏ ਨੇ ਔਰ ਬੜੀ ਵੱਡੀ ਤਾਦਾਦ ਦੇ ਵਿੱਚ ਰੇਟ ਘਟਾਏ ਗਏ ਨੇ। ਜਿਹੜਾ ਸੀਵਰ ਸੈਸ ਸੀਗਾ ਉਹ ਸੀਵਰ ਸੈਸ 30% 2018 ਦੇ ਵਿੱਚ ਪਾਸ ਹੋਇਆ ਸੀ, ਕਾਂਗਰਸ ਦੀ ਸਹਿਮਤੀ ਦੇ ਨਾਲ ਪਾਸ ਹੋਇਆ ਸੀ ਜੀ। ਅੱਜ ਬੀਜੇਪੀ ਨੂੰ ਲੱਗਿਆ ਹੈ ਕਿ ਇਹ ਸੀਵਰ ਸੈਸ ਜ਼ਿਆਦਾ ਹੈ। ਮੰਨ ਲਓ ਕਿਸੇ ਦਾ 100 ਰੁਪਏ ਦਾ ਬਿੱਲ ਆਉਂਦਾ ਸੀ, ਉਹ 130 ਰੁਪਏ ਦਾ ਬਿੱਲ 30 ਰੁਪਏ ਉਹਨੂੰ ਸੀਵਰ ਸੈਸ ਦੇਣਾ ਪੈਂਦਾ ਸੀ। ਅੱਜ ਅਸੀਂ 5% ਕਰ ਦਿੱਤਾ ਉਹ ਸੀਵਰ ਸੈਸ, ਉਹ ਯਾਨੀ ਕਿ 130 ਦਾ ਨਹੀਂ 105 ਰੁਪਏ ਦਾ ਬਿੱਲ ਆਏਗਾ, ਯਾਨੀ ਕਿ 25% ਸੀਵਰ ਸੈਸ ਅਸੀਂ ਘਟਾਇਆ। ਇੱਕ ਬਹੁਤ ਵੱਡੀ ਰਾਹਤ ਇਹ ਕਾਂਗਰਸ ਵਾਲੇ ਇੱਕ ਝੂਠ ਦਿਖਾ ਰਹੇ ਨੇ। ਔਰ ਜਿਹੜੀ ਚੀਜ਼ ਹੋਈ ਹੈ ਉਹਦੇ ਪਿੱਛੇ ਮੈਂ ਥੋੜ੍ਹੀ ਜਿਹੀ ਰੋਸ਼ਨੀ ਪਾਉਣਾ ਚਾਹਾਂਗਾ। ਦਸੰਬਰ ਦੇ ਮਹੀਨੇ ਦੇ ਵਿੱਚ, ਦਸੰਬਰ 2019 ਦੇ ਵਿੱਚ, ਜਦੋਂ ਇਹ ਏਜੰਡਾ ਮੈਂ ਜਨਤਾ ਨੂੰ ਦੱਸਣਾ ਚਾਹਾਂਗਾ ਕਿ ਕੋਈ ਵੀ ਏਜੰਡਾ ਜਿਹੜਾ ਉਹ ਡਿਪਾਰਟਮੈਂਟ ਜਿਹੜਾ ਉਹ ਲੈ ਕੇ ਆਉਂਦਾ, ਕੋਈ ਪਾਰਟੀ ਨਹੀਂ ਲੈ ਕੇ ਆਉਂਦੀ, ਕਾਰਪੋਰੇਸ਼ਨ ਦੇ ਕਮਿਸ਼ਨਰ ਲੈ ਕੇ ਆਉਂਦੇ ਨੇ, ਆਫਿਸਰਸ ਵੱਲੋਂ ਏਜੰਡਾ ਆਇਆ। ਜਦੋਂ ਇਹ ਦਸੰਬਰ 2019 ਦੇ ਵਿੱਚ ਇਹ ਏਜੰਡਾ ਸਦਨ ਦੇ ਪਟਲ 'ਤੇ ਆਇਆ ਤੇ ਕਾਂਗਰਸ ਦੇ ਲੋਕਾਂ ਨੇ ਬਜਾਏ ਕਿ ਕੋਈ ਚਰਚਾ ਕਰਨ ਦੇ ਉੱਥੇ ਹੰਗਾਮਾ ਕੀਤਾ। ਉਸ ਹੰਗਾਮੇ ਦੇ ਵਿੱਚ ਉਹਨਾਂ ਨੇ ਬਾਈਕਾਟ ਕੀਤਾ ਔਰ ਉਹ ਚੀਜ਼ ਜਿਹੜਾ ਐਜ਼ ਇਟ ਇਜ਼ ਏਜੰਡਾ ਪਾਸ ਹੋ ਗਿਆ। ਕਿਸੇ ਨੇ ਚਰਚਾ ਨਹੀਂ ਕੀਤੀ ਕਿ ਇਹਦੇ ਨਾਲ ਕਿੰਨੇ ਰੇਟ ਵਧਣਗੇ, ਕੀ ਹੋਏਗਾ ਕੀ ਨਹੀਂ, ਸਾਨੂੰ ਵੀ ਨਹੀਂ ਪਤਾ ਸੀ। ਉਹ ਆਫੀਸ਼ੀਅਲ ਏਜੰਡੇ ਦੇ ਉੱਤੇ ਬਿਨਾਂ ਚਰਚਾ ਤੋਂ ਪਾਸ ਹੋ ਗਿਆ, ਉਹਦੇ ਲਈ ਵੀ ਦੋਸ਼ੀ ਕਾਂਗਰਸ ਹੈ। ਜਦੋਂ ਸਾਨੂੰ ਫਰਵਰੀ ਮਹੀਨੇ ਦੇ ਵਿੱਚ ਇਸ ਚੀਜ਼ ਦਾ ਜਦੋਂ ਅਸੀਂ ਸਟੱਡੀ ਕੀਤਾ, ਤੁਰੰਤ ਅਸੀਂ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਹੈ ਉਹ ਏਜੰਡਾ ਲਿਆ ਕੇ ਇਹ ਸਾਰੇ ਰੇਟਾਂ ਨੂੰ ਰਿਵਾਈਜ਼ ਕਰਕੇ ਪਰ ਕਾਰਪੋਰੇਸ਼ਨ ਔਰ ਨਾਲ ਇਹ ਪਾਸ ਕੀਤਾ ਕਿ ਇਹ ਰੇਟ ਉਦੋਂ ਵਧਾਏ ਜਾਣ, ਨੋਮੀਨਲ ਜੇ ਰੇਟ ਵਧਾਏ ਜਾਣ। ਅੱਜ 150 ਕਰੋੜ ਰੁਪਏ ਦਾ ਸਰਕਾਰ ਦੇ ਖਰਚੇ ਦੇ ਪਾਣੀ ਦੇ ਬਿੱਲਾਂ ਦੇ ਰੈਵਨਿਊ ਦੇ ਵਿੱਚ ਗੈਪ ਹੈ। ਕੋਈ ਵੀ ਸੰਸਥਾ ਜਿਹੜੀ ਹੈ ਤਦ ਤੱਕ ਨਹੀਂ ਚੱਲ ਸਕਦੀ, ਚਾਹੇ ਘੱਟੋ ਘੱਟ ਨੌਨ ਪ੍ਰੋਫਿਟ ਉਹਦੇ 'ਤੇ ਤਾਂ ਹੋਣਾ ਚਾਹੀਦਾ ਕਿ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਚੱਲੇ। ਅੱਜ ਲੇਕਿਨ ਅੱਜ ਵੇਲਾ ਨਹੀਂ ਹੈ ਰੇਟ ਵਧਾਉਣ ਦਾ। ਅੱਜ ਜੋ ਜਿਸ ਤਰੀਕੇ ਦੀ ਮਹਾਮਾਰੀ ਚੱਲ ਰਹੀ ਹੈ, ਸਰਕਾਰ, ਮੋਦੀ ਸਰਕਾਰ ਵੀ ਸਭ ਤਰ੍ਹਾਂ ਦੀ ਰਾਹਤ ਲੋਕਾਂ ਨੂੰ ਦੇ ਰਹੀ ਹੈ। ਮੇਰਾ ਉਹਦੇ ਵਿੱਚ ਇਹ ਕਹਿਣਾ ਹੈ ਕਿ ਅਸੀਂ ਸਰਕਾਰ ਅੱਗੇ ਜੋ ਮੰਗ ਕੀਤੀ ਫਰਵਰੀ ਮਹੀਨੇ 'ਚ ਕਿ ਇਹ ਰੇਟ ਉਦੋਂ ਵਧਾਏ ਜਾਣ ਜਦੋਂ ਕਰੋਨਾ ਮਹਾਮਾਰੀ ਖਤਮ ਹੋ ਜਾਏ, ਲੋਕ ਜਿਹੜੇ ਹੈ ਲੋਕਾਂ ਨੂੰ ਕੋਈ ਰਾਹਤ ਹੋ ਜਾਵੇ। ਚਲੋ ਕਹਿਣ ਦਾ ਮਤਲਬ ਅਸੀਂ ਇੱਕ ਇਹਦੇ 'ਚ ਕੀਤਾ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਕੀਤੀ ਸਾਡੇ ਨਾਲ ਗੱਲਬਾਤ ਕਰਕੇ ਕਿ ਇਹੀ ਰੇਟ ਰਹਿਣਗੇ ਜੋ ਅਸੀਂ ਪ੍ਰਪੋਜ਼ ਕੀਤੇ। ਅਸੀਂ ਫਿਰ ਦੁਬਾਰਾ ਅਕਤੂਬਰ ਮਹੀਨੇ ਦੇ ਵਿੱਚ ਉਹ ਕਰਕੇ ਭੇਜਿਆ। ਔਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਪ੍ਰਦਰਸ਼ਨ ਕਰਦੇ ਪਏ ਸੀਗੇ ਅੱਜ ਉਹ ਆਪਣੇ ਘਰਾਂ 'ਚ ਬੈਠੇ ਨੇ, ਕਦੇ ਕੁਛ ਕਰਦੇ ਨੇ, ਕਦੇ ਉਹ ਕਿਰਨ ਖੇਰ ਜੀ ਦੇ ਬਾਰੇ ਕੁਛ ਬੋਲਦੇ ਨੇ। ਔਰ ਕਿਰਨ ਖੇਰ ਜੀ ਦੇ ਬਾਰੇ ਜਦੋਂ ਪਤਾ ਲੱਗਦਾ ਕਿ ਉਹ ਕਿੰਨੀ ਬੜੀ ਉਹਦੇ 'ਚ ਨੇਤਾ ਦੇ, ਇਹਨਾਂ ਨੂੰ ਪਤਾ ਨਹੀਂ ਸ਼ਰਮਿੰਦਗੀ ਹੁੰਦੀ ਹੈ ਕਿ ਨਹੀਂ ਹੁੰਦੀ। ਲੇਕਿਨ ਮੈਂ ਅੱਜ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਰੇਟ ਉਲਟਾ ਘਟਣਗੇ। 25% ਸੀਵਰ ਸੈਸ ਘਟੇਗਾ। ਇਹ ਲੋਕਾਂ ਨੂੰ ਅਸੀਂ ਕਰੋਨਾ ਮਹਾਮਾਰੀ 'ਚ ਰਾਹਤ ਦਿੱਤੀ ਹੈ। ਇੱਕ ਨਵਾਂ ਪੈਸਾ ਵੀ ਬਿੱਲਾਂ ਦੇ ਵਿੱਚ, ਜਿਹੜੇ ਪਿਛਲੇ 4-5 ਮਹੀਨੇ ਤੋਂ ਅਸੀਂ ਬਿੱਲ ਪੇ ਕੀਤੇ ਨੇ, ਉਹ ਬਿੱਲ ਜਿਹੜੇ ਹੈ ਅਗਲੇ ਬਿੱਲਾਂ ਦੇ ਵਿੱਚ ਐਡਜਸਟ ਹੋਣਗੇ। ਇਹ ਮੇਰਾ ਪੂਰਾ ਸਰਕਾਰ ਦੇ ਨਾਲ, ਪ੍ਰਸ਼ਾਸਨ, ਗਵਰਨਰ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ
ਲੇਕਿਨ ਇੱਕ ਉਹਦਾ ਪ੍ਰੋਸੀਜਰ ਹੁੰਦਾ, ਉਹ ਫਾਈਲ ਮੂਵ ਹੋ ਚੁੱਕੀ ਹੈ ਕਾਰਪੋਰੇਸ਼ਨ ਦੀ ਸਦਨ ਦੀ ਮੀਟਿੰਗ ਤੋਂ ਬਾਅਦ। ਉਹ ਫਾਈਲ ਅੱਗੇ ਲੋਕਲ ਬੋਡੀ ਦੇ ਥਰੂ, ਐਡਵਾਈਜ਼ਰ ਥਰੂ ਗਵਰਨਰ ਸਾਹਿਬ ਕੋਲੇ ਜਾਂਦੀ ਹੈ, ਫਿਰ ਫਾਈਨਲ ਉਹਦੇ ਤੇ ਨੋਟੀਫਿਕੇਸ਼ਨ ਹੁੰਦੀ ਹੈ ਉਹ ਪ੍ਰੋਸੈਸ ਦੇ ਵਿੱਚ। ਚਲੋ ਹੁਣ ਵਾਰਡ 26 ਤੋਂ 35 ਹੋ ਗਏ, ਪਿੰਡ ਸ਼ਾਮਲ ਹੋ ਗਏ। ਪਿੰਡਾਂ ਦੇ ਮਸਲੇ ਬੜੇ ਉਲਝੇ ਹੋਏ ਨੇ ਜਿਹੜੇ ਹਜੇ ਤੱਕ ਉੜੇ ਨਹੀਂ, ਜਿਹਦੇ ਵਿੱਚ ਲਾਲ ਡੋਰੇ ਦਾ ਮਸਲਾ ਹੈ। ਇਸ ਦੇ ਪ੍ਰਤੀ ਪਾਰਟੀ ਦਾ ਹੁਣ ਤੱਕ ਕੀ ਐਫਰਟ ਰਹੇ ਹੈਗੇ? ਜੇ ਉਹ ਹੁਣ 9 ਵਾਰਡ ਜਿਹੜੇ ਬਣੇ ਨੇ ਉਹ ਤਕਰੀਬਨ ਪਿੰਡਾਂ ਨਾਲ ਸੰਬੰਧਿਤ ਨੇ, ਅਤੇ ਪਿੰਡਾਂ ਦੇ ਮੁੱਦਿਆਂ ਨੂੰ ਹੁਣ ਤਾਂ ਕਿਤੇ ਨਾ ਕਿਤੇ ਹਰੇਕ ਰਵਾਇਤੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੀ ਪੈਣਾ। ਅਤੇ ਆਪਣੀ ਪਾਰਟੀ ਦੀ ਉਹ ਰਹੀ ਹੈ ਕਿ ਲਾਲ ਡੋਰਾ ਹੋਇਆ, ਕਲੈਕਟਰ ਰੇਟ ਹੋਇਆ, ਜਾਂ ਪਿੰਡਾਂ ਦੇ ਸੁਵਿਧਾਵਾਂ ਦੀ ਗੱਲ ਹੋ ਗਈ, ਉੱਥੇ ਦਿੱਕਤ ਰਹਿੰਦੀ ਹੈ। ਸੈਕਟਰਾਂ ਨਾਲੋਂ ਪਿੰਡਾਂ ਦੇ ਵਿੱਚ ਹਮੇਸ਼ਾ ਇਤਰਾਜ਼ ਰਿਹਾ ਹੈ ਕਿ ਸੈਕਟਰਾਂ ਦੇ ਮੁਕਾਬਲੇ ਪਿੰਡਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਹਨਾਂ ਦੇ ਮੇਨ ਮਸਲਿਆਂ 'ਤੇ ਪਾਰਟੀ ਦਾ ਕੀ ਰਹੇਗਾ? ਮੇਨਲੀ ਪਿੰਡਾਂ ਦੇ 3 ਇਸ਼ੂਸ ਨੇ ਜਿਹੜੇ ਅਸੀਂ ਮੋٹے ਰੂਪ ਦੇ ਵਿੱਚ, ਕਿਉਂਕਿ ਇਹ ਮੇਰੀ ਵੀ ਔਰ ਮੇਰੀ ਪਾਰਟੀ ਦੀ ਵੀ ਹਮੇਸ਼ਾ ਤੋਂ ਮਨਸ਼ਾ ਰਹਿੰਦੀ ਹੈ ਕਿ ਅਸੀਂ ਲੋਕਾਂ ਦੀ ਸਮੱਸਿਆਵਾਂ ਨੂੰ ਸਮਝੀਏ। ਜੇ ਅਸੀਂ ਸਮੱਸਿਆ ਨੂੰ ਜਾਣਦੇ ਹਾਂ, ਸਮੱਸਿਆ ਨੂੰ ਸਮਝਦੇ ਹਾਂ, ਤਾਂ ਹੀ ਅਸੀਂ ਉਹਦਾ ਕੋਈ ਸਮਾਧਾਨ ਕਰ ਸਕਦੇ ਹਾਂ। ਪਿੰਡਾਂ ਦੇ ਵਿਸ਼ੇ ਦੇ ਵਿੱਚ ਅਸੀਂ ਇੱਕ ਕਮੇਟੀ ਬਣਾਈ ਸੀ। ਉਸ ਕਮੇਟੀ ਨੇ ਸਾਰੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਜੋ ਉਹਨਾਂ ਦੇ ਮੇਨ ਚੀਜ਼ਾਂ ਨੇ, ਉਹਨਾਂ ਬਾਰੇ 'ਚ ਕੀ ਸਮੱਸਿਆਵਾਂ ਨੇ। ਸਭ ਨਾਲੋਂ ਪਹਿਲੀ ਚੀਜ਼ ਇਹ ਸੀਗੀ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਇਹ ਪਿੰਡ ਸ਼ਾਮਲ ਹੋਏ ਅੱਜ ਤੋਂ 2-2.5 ਸਾਲ ਪਹਿਲਾਂ, ਤਾਂ ਪਿੰਡ ਦੇ ਲੋਕਾਂ ਨੂੰ ਆਸ ਸੀਗੀ ਕਿ ਪਿੰਡਾਂ ਦਾ ਵੀ ਵਿਕਾਸ ਜਿਹੜਾ ਹੈ ਚੰਡੀਗੜ੍ਹ ਦੀ ਤਰਜ਼ ਤੇ, ਸ਼ਹਿਰ ਦੀ ਤਰਜ਼ ਤੇ ਹੋਏਗਾ। 102 ਕਰੋੜ ਰੁਪਏ ਦੇ ਜਿਹੜੇ ਹੈ ਉਹ ਗ੍ਰਾਂਟ ਆ ਗਈ ਹੈ, ਉਹਦੇ ਟੈਂਡਰ ਅਲਾਟ ਹੋ ਚੁੱਕੇ ਨੇ। ਅਗਲੇ ਮਹੀਨੇ ਤੋਂ ਇਹ ਕੰਮ ਸ਼ੁਰੂ ਹੋਣ ਜਾ ਰਹੇ ਨੇ। ਉਹ 'ਚ ਸੜਕਾਂ ਦਾ ਕੰਮ ਹੈ, ਪਾਰਕਾਂ ਦਾ ਕੰਮ ਹੈ, ਪਾਈਪਲਾਈਨ ਦਾ ਕੰਮ, ਪਾਣੀ ਦੀ ਪਾਈਪਲਾਈਨ ਦਾ ਕੰਮ ਹੈ, ਸੀਵਰ ਦਾ ਕੰਮ ਹੈ, ਬਿਜਲੀ ਦਾ ਕੰਮ ਹੈ। 102 ਕਰੋੜ ਰੁਪਏ ਦੇ ਕੰਮ, ਉਹਦੇ 'ਚੋਂ ਜਿਹੜਾ ਹੈ 50 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਕੋਲ ਪਿਛਲੇ ਫਾਈਨੈਂਸ਼ੀਅਲ ਈਅਰ 'ਚ ਆ ਚੁੱਕੀ ਹੈ। 40 ਕਰੋੜ ਰੁਪਇਆ ਜਿਹੜਾ ਹੈਗਾ ਉਹ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਮਿਲਣਾ ਹੈ, ਔਰ 12 ਕਰੋੜ ਰੁਪਇਆ ਪ੍ਰਸ਼ਾਸਨ ਇਹਨਾਂ ਕੰਮਾਂ ਨੂੰ, ਪ੍ਰਸ਼ਾਸਨ ਦਾ ਜਿਹੜਾ ਇੰਜੀਨੀਅਰਿੰਗ ਵਿੰਗ ਹੈ ਉਹ ਕਰੇਗਾ। 112 ਕਰੋੜ ਰੁਪਇਆ ਇਹ 13 ਪਿੰਡਾਂ ਦੇ ਲਾਲ ਡੋਰੇ ਦੇ ਅੰਦਰ ਲੱਗ ਕੇ ਡਿਵੈਲਪਮੈਂਟ ਦੇ ਜਿੰਨੇ ਵੀ ਕੰਮ ਹੈ ਉਹ ਸਾਰੇ ਕੰਮਾਂ ਨੂੰ ਕਰਨ ਦੇ ਲਈ ਆਲਰੇਡੀ ਟੈਂਡਰ ਅਲਾਟਮੈਂਟ ਦਾ ਪ੍ਰੋਸੈਸ ਤੇ ਹੋ ਚੁੱਕਾ ਹੈ, ਔਰ ਚੰਦ ਦਿਨਾਂ ਦੇ ਵਿੱਚ ਅਗਲੇ ਮਹੀਨੇ ਤੱਕ ਇਹ ਕੰਮ ਸ਼ੁਰੂ ਹੋ ਜਾਣਗੇ। ਨੰਬਰ 2, ਹਾਂਜੀ, ਲਾਲ ਡੋਰੇ ਦੀ ਸਮੱਸਿਆ ਤੇ ਨੰਬਰ 2 ਮੈਂ ਦੱਸ ਰਿਹਾ। ਦੂਸਰੀ ਸਮੱਸਿਆ ਇਹ ਸੀ ਕਿ ਲਾਲ ਡੋਰਾ ਜਿਹੜਾ ਹੈਗਾ, ਲਾਲ ਡੋਰੇ ਕਰਕੇ ਜਿਹੜੀ ਕੰਸਟਰਕਸ਼ਨ ਹੈ ਬਾਹਰ ਦੀ ਉਹ ਇਰੈਗੂਲਰ ਸੀ। ਅਸੀਂ ਇਸ ਪੈਟਰਨ ਨੂੰ ਸਟੱਡੀ ਕਰਨ ਦੇ ਲਈ ਗਵਰਨਰ ਸਾਹਿਬ ਨਾਲ ਲਗਾਤਾਰ ਸੰਪਰਕ ਕੀਤਾ, ਔਰ ਬੰਗਲੌਰ ਦੀ ਇੱਕ ਕੰਪਨੀ ਨਾਲ ਗੱਲਬਾਤ ਕਰਕੇ ਇੱਕ ਪਿੰਡ ਦੇ ਵਿੱਚ ਉਹਨਾਂ ਨੇ ਮਾਡਲ ਵਿਲੇਜ ਦੇ ਤੌਰ ਦੇ ਉੱਤੇ ਵੀ ਕਿ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਉਸ ਪਿੰਡ ਦੇ ਲਾਲ ਡੋਰੇ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਹੈ। ਅਸੀਂ 2 ਚੀਜ਼ਾਂ ਰੱਖੀਆਂ ਨੇ। ਲਾਲ ਡੋਰਾ ਅਬੋਲਿਸ਼ ਕੀਤਾ ਜਾਵੇ, ਟੋਟਲ ਅਬੋਲਿਸ਼ ਕੀਤਾ ਜਾਵੇ, ਕਿਉਂਕਿ ਹੁਣ ਉਹ ਕਾਰਪੋਰੇਸ਼ਨ ਦੇ ਵਿੱਚ ਨੇ। ਸਾਰੀ ਲੈਂਡ ਨੂੰ ਅਰਬਨ ਲੈਂਡ ਡਿਕਲੇਅਰ ਕੀਤਾ ਜਾਵੇ। ਔਰ ਸੈਕੰਡ ਜਿਹੜਾ ਹੈਗਾ ਲੈਂਡ ਚੇਂਜ ਆਫ ਲੈਂਡ ਯੂਜ਼ ਜਿਹੜਾ ਹੈ CLU ਪਾਲਿਸੀ ਬਣਾਈ ਜਾਵੇ, ਔਰ ਉਸ ਪਾਲਿਸੀ ਦੇ ਵਿੱਚ ਅਸੀਂ ਇਹ ਗੱਲ ਕਹੀ ਹੈ ਕਿ ਜਦੋਂ ਤੁਸੀਂ ਜਿਹੜੀ ਲਾਲ ਡੋਰੇ ਦੇ ਬਾਹਰ ਦੀ ਕੰਸਟਰਕਸ਼ਨ ਹੈ ਉਹਨੂੰ ਰੈਗੂਲਰਾਈਜ਼ ਕਰਨਾ ਹੈ, ਉਹ ਪਾਲਿਸੀ ਜਿਹੜੀ ਹੈ ਉਹ ਇਸ ਤਰੀਕੇ ਦੀ ਬਣਾਈ ਜਾਏ ਕਿ ਪਿੰਡ ਦੇ ਲੋਕਾਂ ਤੋਂ ਨੋਮੀਨਲ ਚਾਰजेस ਲਿੱਤੇ ਜਾਣ, ਔਰ ਉਹ ਪੈਸਾ ਵੀ ਜਿਹੜਾ ਹੈਗਾ ਉਹ MC ਕੋਲੇ ਰਵੇ, ਤਾਂ ਕਿ ਕੰਸੋਲੀਡੇਟਿਡ ਫੰਡ 'ਚ ਨਾ ਜਾਵੇ। ਉਹ ਪੈਸਾ MC ਕੋਲ ਰਵੇ, ਔਰ ਉਹ ਪੈਸਾ ਫਿਰ ਇਸੇ ਪਿੰਡਾਂ ਦੇ ਵਿਕਾਸ ਦੇ ਉੱਤੇ ਹੀ ਲਾਇਆ ਜਾਵੇ। ਇਹ ਅਸੀਂ ਬੜੇ ਕਲੀਅਰ ਕੱਟ ਨਾਲ ਗਵਰਨਰ ਸਾਹਿਬ ਨੇ ਵੀ ਸਾਡੀ ਇਸ ਚੀਜ਼ ਨੂੰ ਸਹਿਮਤੀ ਦਿੱਤੀ ਹੈ। ਤੀਸਰੀ ਗੱਲ, ਉਹਦੇ ਵਿੱਚ ਅਸੀਂ ਇਹ ਕਿਹਾ ਕਿ ਪਿੰਡਾਂ ਦੇ ਵਿੱਚ ਜਿਹੜਾ ਕਲੈਕਟਰ ਰੇਟ ਹੈ ਉਹ ਬਹੁਤ ਘੱਟ ਸੀ। ਜਦੋਂ ਪਿੰਡ ਹੁਣ ਸ਼ਹਿਰ 'ਚ ਆ ਗਏ ਅਤੇ ਜਿਹੜੀ ਰੈਵਨਿਊ ਲੈਂਡ ਹੈ ਉਹਨੂੰ ਤੁਸੀਂ ਫਿਰ ਡੀਨੋਟੀਫਾਈ ਕਰ ਦਿੱਤਾ। ਅੱਜ ਸਾਡੀ ਇਹ ਡਿਮਾਂਡ ਹੈ ਕਿ ਜੋ ਰੇਟ ਕਲੈਕਟਰ ਰੇਟ ਹੈ ਸ਼ਹਿਰ ਦੇ ਵਿੱਚ ਘਟਾਏ ਜਾਣ ਔਰ ਪਿੰਡਾਂ ਦੇ ਵਿੱਚ ਵਧਾਏ ਜਾਣ। ਇੱਕ ਪਿੱਛੇ ਜੇ ਵਧਾਏ ਵੀ ਅਸੀਂ ਫੇਰ ਗੱਲ ਕੀਤੀ ਕਿ ਉਹ ਬਿਲਕੁਲ ਨੋਮੀਨਲ ਹੈ। ਠੀਕ ਜਿਹੜੇ ਹੈ ਐਪਰੋਪਰੀਏਟ ਰੇਟ ਜਿਹੜੇ ਹੈ ਉਹ ਕਲੈਕਟਰ ਰੇਟ ਵਧਾਏ ਜਾਣ, ਕਿਉਂਕਿ ਜਦੋਂ ਜ਼ਮੀਨਾਂ ਐਕਵਾਇਰ ਹੋਣਗੀਆਂ ਲਾਲ ਡੋਰੇ ਦੇ ਬਾਹਰ ਪਿੰਡਾਂ ਦੀਆਂ ਤਾਂ ਕਿਸਾਨਾਂ ਨੂੰ ਉਹਨਾਂ ਦਾ ਉਚਿਤ ਮੁਆਵਜ਼ਾ ਮਿਲੇ। ਇਸ ਚੀਜ਼ ਨੂੰ, ਇਹ 3 ਚੀਜ਼ਾਂ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਹਾਂ। ਇੱਕ ਚੀਜ਼ ਜਿਹੜੀ ਪਿੰਡਾਂ ਦੇ ਵਿਕਾਸ ਦੀ ਗੱਲ ਸੀ, ਡਿਵੈਲਪਮੈਂਟ ਦੀ, ਉਹਦਾ 102 ਕਰੋੜ ਰੁਪਏ ਦੇ ਨਾਲ ਕੰਮ ਸ਼ੁਰੂ ਹੋਣ ਜਾ ਰਿਹਾ, ਔਰ ਲਾਲ ਡੋਰੇ 'ਤੇ ਵੀ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ। ਔਰ ਇਸੇ ਤਰੀਕੇ ਨਾਲ ਕਲੈਕਟਰ ਰੇਟ ਦੇ ਵਿਸ਼ੇ ਦੇ ਵਿੱਚ ਵੀ ਮੇਰੀ ਗਵਰਨਰ ਸਾਹਿਬ ਨਾਲ ਦੁਬਾਰਾ ਗੱਲ ਹੋਈ ਹੈ ਕਿ ਜਿਹੜੇ ਤੁਸੀਂ ਰੇਟ ਵਧਾਏ ਨੇ ਉਹ ਵਾਜਬ ਨਹੀਂ ਹੈ, ਇਹਨਾਂ ਨੂੰ
ਘੱਟੋ ਘੱਟ ਨਹੀਂ ਤਾਂ ਪਿੰਡ ਦੇ ਵਿੱਚ 3 ਤੋਂ 4 ਕਰੋੜ ਰੁਪਏ ਦਾ ਜਿਹੜਾ ਹੈ ਉਹ ਕਲੈਕਟਰ ਰੇਟ ਹੋਣਾ ਚਾਹੀਦਾ। ਮੰਨ ਲਿਆ ਜਾਵੇ ਕਿ ਹੁਣ ਜਦੋਂ ਸਾਰੇ ਪਿੰਡ ਨਗਰ ਨਿਗਮ ਦੇ ਵਿੱਚ ਸ਼ਾਮਲ ਹੋ ਗਏ ਆ, ਪਹਿਲਾਂ ਤਾਂ ਪੰਚਾਇਤਾਂ ਹੁੰਦੀਆਂ ਸੀ, ਕਹਿੰਦੇ ਸੀ ਐਡਮਿਨਿਸਟ੍ਰੇਸ਼ਨ ਨਹੀਂ ਕਰ ਰਹੀ, ਕਾਰਪੋਰੇਸ਼ਨ ਕਹਿੰਦੇ ਸੀ ਵੀ ਐਡਮਿਨਿਸਟ੍ਰੇਸ਼ਨ ਕਹਿੰਦੇ ਸੀ ਕਾਰਪੋਰੇਸ਼ਨ ਨਹੀਂ ਕਰਦੀ, ਕਾਰਪੋਰੇਸ਼ਨ ਦਾ ਐਡਮਿਨਿਸਟ੍ਰੇਸ਼ਨ 'ਤੇ ਦੋਸ਼ ਹੁੰਦਾ ਸੀ। ਹੁਣ ਤਾਂ ਪਿੰਡ ਸਾਰੇ ਸ਼ਾਮਲ ਹੋ ਗਏ। ਕੀ ਇਹ ਮੰਨਿਆ ਜਾਵੇ ਕਿ ਯੋਜਨਾਬੱਧ ਸ਼ਹਿਰ ਦੇ ਵਿੱਚ ਯੋਜਨਾਬੱਧ ਮਾਡਲ ਪਿੰਡ ਬਣਨ ਦੀ ਸੰਭਾਵਨਾ ਬਣ ਗਈ? ਹਾਂ ਬਿਲਕੁਲ ਬਣ ਗਈ ਹੈ ਜੀ। ਮੈਂ ਉਹੀ ਤਾਂ ਕਿਹਾ ਕਿ ਅਸੀਂ ਜਿਹੜਾ ਚਾਹੇ ਉਹ ਦੇਖੋ ਪਿੰਡਾਂ ਦਾ ਇੱਕ ਜੋ ਪਿੰਡਾਂ ਦੇ ਵਿੱਚ ਕੰਸਟਰਕਸ਼ਨ ਹੈ ਇਸ ਤਰੀਕੇ ਦੀ, ਉੱਥੇ ਬਹੁਤ ਸਾਰੀਆਂ ਬਿਲਡਿੰਗਸ ਜਿਹੜੀਆਂ ਨੇ ਉਹ ਕਈ ਮੰਜ਼ਿਲ ਬਣ ਗਈਆਂ ਨੇ ਜੀ, ਚਾਹੇ ਉਹ ਲਾਲ ਡੋਰੇ ਦੇ ਬਾਹਰ ਹੈ ਚਾਹੇ ਲਾਲ ਡੋਰੇ ਦੇ ਅੰਦਰ ਹੈ, ਔਰ ਉਹਦੇ ਕੋਈ ਜਿਹੜਾ ਹੈ ਪ੍ਰੋਪਰ ਨਕਸ਼ੇ ਦੇ ਹਿਸਾਬ ਨਾਲ ਜੋ ਸ਼ਹਿਰ ਦੇ ਜਿਸ ਤਰੀਕੇ ਦੇ ਨਾਲ ਨਕਸ਼ੇ ਨੇ ਉਸ ਹਿਸਾਬ ਨਾਲ ਨਹੀਂ ਬਣੇ। ਤੁਸੀਂ ਐਗਜ਼ੈਕਟਲੀ ਮਤਲਬ ਤੁਸੀਂ 100% ਉਸ ਤਰ੍ਹਾਂ ਦੀ ਚੀਜ਼ ਕਰ ਸਕਦੇ ਹੋ, ਇਹ ਪੋਸੀਬਲ ਨਹੀਂ। ਪਿੰਡਾਂ ਦੇ ਵਿੱਚ ਗਲੀਆਂ ਵੀ ਛੋਟੀਆਂ ਨੇ, ਤੰਗ ਗਲੀਆਂ ਨੇ, ਲੇਕਿਨ ਫਿਰ ਵੀ ਮੈਂ ਸਮਝਦਾ ਕਿ ਪੀਣ ਦਾ ਸਾਫ਼ ਪਾਣੀ ਦੀਆਂ ਪਾਈਪਾਂ, ਪ੍ਰੋਪਰ ਸੀਵਰ ਦੀ ਨਿਕਾਸੀ, ਪ੍ਰੋਪਰ ਸਟਰੋਮ ਵਾਟਰ ਜਿਹੜਾ ਬਰਸਾਤੀ ਪਾਣੀ ਹੈ ਉਹਦੀ ਨਿਕਾਸੀ, ਪ੍ਰੈਸ਼ਰ ਨਾਲ ਪਾਣੀ ਜਿਹੜਾ ਹੈ ਸਾਫ਼ ਪਾਣੀ, ਔਰ ਇਸੇ ਤਰੀਕੇ ਨਾਲ ਸਟਰੀਟ ਲਾਈਟਸ, ਔਰ ਇਸੇ ਤਰੀਕੇ ਨਾਲ ਜਿਹੜੇ ਨੇ ਪਾਰਕਸ ਵਗੈਰਾ ਨੇ ਉਹ ਡਿਵੈਲਪ ਕਰਕੇ ਔਰ ਕਮਿਊਨਿਟੀ ਸੈਂਟਰ ਵਗੈਰਾ ਡਿਵੈਲਪ ਕਰਕੇ ਅਸੀਂ ਪਿੰਡ ਨੂੰ ਜਿਹੜੇ ਚੰਡੀਗੜ੍ਹ ਦੇ ਪਿੰਡ ਨੇ ਉਹ ਮੈਂ ਸਮਝਦਾ ਕਿ ਸ਼ਹਿਰ ਦੀ ਤਰਜ਼ ਦੇ ਉੱਤੇ ਡਿਵੈਲਪ ਕਰ ਸਕਦੇ ਹਾਂ, ਔਰ ਉਹਦੇ ਤਰਫ ਅਸੀਂ ਵਧ ਰਹੇ ਹਾਂ। ਆਉਣ ਵਾਲੇ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਸਾਰਾ ਚੀਜ਼ ਸਾਨੂੰ ਸਾਹਮਣੇ ਦਿਖੇਗੀ ਕਿ ਚਮਚਮਾਉਂਦੀਆਂ ਹੋਈਆਂ ਸੜਕਾਂ, ਸਾਫ਼ ਪਾਣੀ, ਬਰਸਾਤੀ ਪਾਣੀ ਦੀ ਪ੍ਰੋਪਰ ਨਿਕਾਸੀ, ਸੀਵਰ ਦੀ ਪ੍ਰੋਪਰ ਨਿਕਾਸੀ, ਇਹ ਸਾਨੂੰ ਚੰਡੀਗੜ੍ਹ ਦੇ 13 ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਨਹੀਂ, ਇਹ ਮੰਨ ਲਿਆ ਜਾਵੇ ਕਿ ਜਿਵੇਂ ਚੰਡੀਗੜ੍ਹ ਨੂੰ ਲੋਕ ਵਿਸ਼ਵ ਤੋਂ ਦੇਖਣ ਆਉਂਦੇ ਨੇ, ਇਹਦੇ ਜਿਹੜੇ ਪਿੰਡਾਂ ਦੇ ਜਿਹੜਾ ਇਸ ਤਰ੍ਹਾਂ ਦੀ ਮੁਹਾਰ ਬਣਾ ਦਿੱਤੀ ਜਾਊਗੀ ਕਿ ਲੋਕ ਪਿੰਡ ਵੀ ਦੇਖਣ ਆਉਣਗੇ ਵੀ ਹਾਂ ਵੀ ਉੱਥੋਂ ਦੇ ਪਿੰਡ ਖਾਸ ਨੇ। ਬਿਲਕੁਲ ਜੋ ਵੀ ਜਿਸ ਤਰੀਕੇ ਦਾ ਮੈਂ ਕਿਹਾ ਕਿ ਇਹ ਲੋਕਾਂ ਦੀ ਆਸ ਸੀਗੀ, ਉਸੇ ਤਰੀਕੇ ਨਾਲ ਅਸੀਂ ਉਸ ਤਰਫ ਵਧ ਰਹੇ ਹਾਂ ਔਰ ਪਿੰਡਾਂ ਦੀ ਡਿਵੈਲਪਮੈਂਟ ਉਸੇ ਤਰਜ਼ 'ਤੇ ਕਰਾਂਗੇ। ਇਹ ਸਨ ਸ਼੍ਰੀ ਅਰੁਣ ਸੂਦ ਜੀ, ਜਿਨ੍ਹਾਂ ਦਾ ਮੰਨਣਾ ਹੈ ਕਿ ਚੋਣਾਂ ਦੀ ਪ੍ਰਕਿਰਿਆ ਨੂੰ ਜਿਵੇਂ ਪ੍ਰਸ਼ਾਸਨ ਫੈਸਲਾ ਕਰੇਗਾ ਜਾਂ ਉੱਥੋਂ ਦੇ ਮਾਹਿਰ ਰੱਖਣਗੇ, ਹਾਲਾਤਾਂ ਨੂੰ ਦੇਖਦੇ ਹੋਏ ਕਿਸੇ ਵੀ ਸਥਿਤੀ ਦੇ ਵਿੱਚ ਉਹ ਚੋਣਾਂ ਨਾ ਹੋਣ ਦੀ ਸਥਿਤੀ ਦੇ ਵਿੱਚ ਤੇ ਚੋਣਾਂ ਹੋਣ ਦੀ ਸਥਿਤੀ 'ਚ ਦੋਨੇ ਸਥਿਤੀ ਵਿੱਚ ਤਿਆਰ ਨੇ। ਚੰਡੀਗੜ੍ਹ ਦੇ ਵਿੱਚ 26 ਤੋਂ 35 ਵਾਰਡ ਹੋ ਗਏ ਨੇ, ਜਿਹੜੇ 9 ਪਿੰਡ ਸ਼ਾਮਲ ਕੀਤੇ ਗਏ ਨੇ ਉਹ ਕਿਤੇ ਨਾ ਕਿਤੇ ਇਹੋ ਜਿਹੇ ਬਣਾ ਦਿੱਤੇ ਜਾਣਗੇ ਨਵੀਆਂ ਯੋਜਨਾਵਾਂ ਲਿਆ ਕੇ ਕਿ ਜਿਵੇਂ ਯੋਜਨਾਬੰਦ ਸ਼ਹਿਰ ਨੂੰ, ਚੰਡੀਗੜ੍ਹ ਨੂੰ ਦੁਨੀਆ ਦੇ ਲੋਕ ਦੇਖਣ ਆਉਂਦੇ ਨੇ, ਉਹਨਾਂ ਪਿੰਡਾਂ ਨੂੰ ਵੀ ਦੇਖਣ ਆਉਣਗੇ। ਜਿਹੜੀਆਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਜਿਹੜਾ ਲਾਲ ਡੋਰਾ ਹੈ, ਲਾਲ ਡੋਰੇ ਸੰਬੰਧੀ ਉਹਨਾਂ ਨੇ ਸਾਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੋਈ ਬਾਹਰਲੀ ਕੰਪਨੀ ਉਹਦੇ ਲਈ ਸਰਵੇ ਕਰ ਰਹੀ ਹੈ, ਉਸ ਤੋਂ ਬਾਅਦ ਜੋ ਬਣਦਾ ਸਿਸਟਮ ਹੋਏਗਾ ਉਹ ਬਣਾਇਆ ਜਾਏਗਾ। ਇਹੋ ਜਿਹੀਆਂ ਹੋਰ ਗੱਲਾਂ ਜਿਹੜੀਆਂ ਵਿਕਾਸ ਦੀਆਂ ਲੈ ਕੇ ਭਾਜਪਾ ਚੋਣਾਂ 'ਚ ਉਤਰਨ ਲਈ ਤਿਆਰ ਹੈ। ਜੇ ਕਿਸਾਨ ਅੰਦੋਲਨ ਦੀ ਗੱਲ ਕਰੀਏ, ਉਹਨਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਦੇ ਲਾਗਲੇ ਸੂਬਿਆਂ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਕੁਝ ਸੀਗਾ, ਉਹਨਾਂ ਨੂੰ ਇਹਨਾਂ ਨੇ ਨਜਿੱਠ ਲਿਆ ਤੇ ਜਿਹੜੇ ਲੋਕ ਨਿਰਾਸ਼ ਸਨ, ਜਿਹੜੇ ਨਾਰਾਜ਼ ਹੈਗੇ ਨੇ ਜਾਂ ਜਿਹੜੇ ਕੁਝ ਕਰ ਰਹੇ ਨੇ, ਉਹ ਵਿਰੋਧੀ ਧਿਰਾਂ ਦੇ ਗੁੰਮਰਾਹ ਹੋਣ ਕਰਕੇ ਕਰ ਰਹੇ ਹੈ। ਭਾਜਪਾ ਤੋਂ ਲੋਕਾਂ ਦੀ ਇੰਨੀ ਨਾਰਾਜ਼ਗੀ ਨਹੀਂ ਹੈ, ਖਾਸ ਕਰਕੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ। ਦੇਖਦੇ ਹਾਂ ਕਿ ਚੁਣਾਵੀ ਸਾਲ ਹੈ, ਇਸ ਸਾਲ ਦੇ ਐਂਡ ਤੱਕ ਨਵੰਬਰ ਦਸੰਬਰ ਦੇ ਵਿੱਚ ਚੋਣਾਂ ਹੋਣ ਵਾਲੀਆਂ। ਸੱਤਾਧਾਰੀ ਪਾਰਟੀ ਲੋਕਾਂ ਨੂੰ ਇਹਨਾਂ ਗੱਲਾਂ ਨਾਲ ਭਰਮਾ ਕੇ ਦੁਬਾਰਾ ਸੱਤਾ 'ਚ ਆ ਸਕਦੀ ਹੈ। ਭਰਮਾਉਣਾ ਚਲੋ ਨਹੀਂ ਕਿਹਾ ਜਾ ਸਕਦਾ, ਇਹਨਾਂ ਚੀਜ਼ਾਂ ਨੂੰ, ਆਪਦੀਆਂ ਪ੍ਰਾਪਤੀਆਂ ਨੂੰ ਦੱਸ ਕੇ ਦੁਬਾਰਾ ਸੱਤਾ ਵਿੱਚ ਆ ਕੇ ਵੋਟ ਹਾਸਲ ਕਰ ਸਕਦੀ ਹੈ, ਜਾਂ ਆਪਣੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਵਾ ਕੇ ਨਵੇਂ ਸੁਪਨੇ ਵਿਖਾ ਕੇ ਕਿਸ ਤਰ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ ਤੇ ਜੋੜਨ ਤੋਂ ਬਾਅਦ ਸੱਤਾ ਹਾਸਲ ਕਰਦੀ ਹੈ। ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਨਿਬੜਦਾ ਹੈ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।